स्वागत जी आयां नूं। फुल्लां दी महक, कणक दीआं मुंदरां, तितलियां दा रंग, प्यारिਆਂ ਦਾ ਪਿਆਰ, ਸਭ ਨੂੰ ਦਿਲੋਂ ਵਧਾਈਆਂ ਵਿਸਾਖੀ ਦਾ ਤਿਹਾਰ। ਵਿਸਾਖੀ ਦੇ ਤਿਹਾਰ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈਆਂ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਵਸਦੇ ਪੰਜਾਬੀਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਵਿਸਾਖੀ ਦਾ ਤਿਹਾਰ ਸਾਡੇ ਲਈ ਬਹੁਤ ਹੀ ਖੂਬਸੂਰਤ ਤਿਹਾਰ। ਭੰਗੜੇ ਪਾਏ ਜਾਂਦੇ ਨੇ, ਢੋਲ ਵੱਜਦੇ ਨੇ, ਘਰ ਦੇ ਵਿੱਚ ਰੌਣਕਾਂ ਆਉਂਦੀਆਂ ਨੇ, ਨਵੀਂ ਫਸਲ ਦੀ ਵਾਢੀ ਦੀਆਂ ਖੁਸ਼ੀਆਂ ਹੁੰਦੀਆਂ ਨੇ। ਸੋ ਸਾਰਿਆਂ ਨੂੰ ਖੁਸ਼ੀਆਂ, ਸਾਰਿਆਂ ਨੂੰ ਮੁਬਾਰਕਾਂ ਡੀਡੀ ਪੰਜਾਬੀ ਵੱਲੋਂ ਸਾਰੇ ਦਰਸ਼ਕਾਂ ਨੂੰ। ਔਰ ਜਿੱਥੇ ਅੱਜ ਵਿਸਾਖੀ ਦਾ ਤਿਉਹਾਰ ਮਨਾ ਰਹੇ ਹਾਂ, ਅੱਜ ਸਾਡੇ ਲਈ ਖਾਸ ਦਿਨ ਹੈ। ਖਾਸ ਦਿਨ ਇਸ ਕਰਕੇ ਜਿੱਥੇ ਅਸੀਂ ਵਿਸਾਖੀ ਨੂੰ ਮਨਾ ਰਹੇ ਹਾਂ, ਉੱਥੇ ਨਾਲ ਦੀ ਨਾਲ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਅੱਜ ਜਨਮ ਦਿਵਸ ਹੈ। ਔਰ ਸਾਰਿਆਂ ਨੂੰ ਅਸੀਂ ਫਿਰ ਵਧਾਈਆਂ ਦੇ ਰਹੇ ਹਾਂ। ਔਰ ਨਾਲ ਦੀ ਨਾਲ ਅੱਜ ਅਸੀਂ ਮਨਾ ਰਹੇ ਹਾਂ ਭਗਵਾਨ ਮਹਾਵੀਰ ਜਯੰਤੀ। ਔਰ ਜਦੋਂ ਅਸੀਂ ਇਹਨਾਂ ਤਿੰਨਾਂ ਤਿਉਹਾਰਾਂ ਦੀ ਗੱਲ ਕਰਦੇ ਹਾਂ ਤਾਂ ਫਿਰ ਰੌਣਕਾਂ ਆਲੇ ਦੁਆਲੇ ਵਿੱਚ ਹੁੰਦੀਆਂ ਨੇ, ਖੁਸ਼ੀਆਂ ਹੁੰਦੀਆਂ ਨੇ, ਦਿਲ ਦੇ ਵਿੱਚ ਚਾਅ ਹੁੰਦੇ ਨੇ, ਉਹਨਾਂ ਨੂੰ ਮਨਾਉਣ ਦੇ ਲਈ ਯਤਨ ਵੀ ਅਸੀਂ ਕਰਦੇ ਹਾਂ। ਸੋ ਸਾਰਿਆਂ ਦਾ ਦਿਨ ਬਹੁਤ ਹੀ ਖੂਬਸੂਰਤ ਰਹੇ। ਔਰ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਕੋਸ਼ਿਸ਼ ਕਰਨੀ ਹੈ ਇਹਨਾਂ ਤਿੰਨਾਂ ਇਤਿਹਾਸਿਕ ਪਿਛੋਕੜ ਦੀ ਗੱਲਬਾਤ ਕਰਨੀ ਹੈ। ਔਰ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਮਹਿਮਾਨ ਜਿਹੜੇ ਪਹੁੰਚੇ ਨੇ ਸਟੂਡੀਓ ਦੇ ਵਿੱਚ, ਉਹਨਾਂ ਦਾ ਤਾਰਫ ਕਰਵਾ ਦਿੰਦੇ ਹਾਂ। ਡਾਕਟਰ ਸਰਦਾਰ ਜਸਵੀਰ ਸਿੰਘ ਸਾਬਰ ਜੀ, ਜਿਹੜੇ ਕਿ ਸਾਬਕਾ ਮੁਖੀ ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਏ ਨੇ। ਔਰ ਨਾਲ ਦੀ ਨਾਲ ਵਿਭਾਗ ਦੇ ਸਲਾਹਕਾਰ ਬੋਰਡ ਦੇ ਮੈਂਬਰ ਨੇ ਪੰਜਾਬੀ ਭਾਸ਼ਾ ਦੇ। ਔਰ ਜਿੱਥੇ ਗੱਲ ਕੀਤੀ ਜਾਵੇ ਵਿਦਵਾਨਾਂ ਦੀ, ਇੱਕ ਉੱਗੇ ਵਿਦਵਾਨ ਔਰ ਕਾਫੀ ਜਿਹੜੀਆਂ ਇਹਨਾਂ ਨੇ ਪੁਸਤਕਾਂ ਪਾਠਕਾਂ ਦੀ ਝੋਲੀ ਦੇ ਵਿੱਚ ਪਾਈਆਂ ਹੋਈਆਂ ਨੇ। ਸਭ ਤੋਂ ਪਹਿਲਾਂ ਬਹੁਤ ਜੀ ਆਇਆਂ ਨੂੰ। ਔਰ ਵਿਸਾਖੀ ਦੀਆਂ, ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਦੀਆਂ, ਮਹਾਵੀਰ ਜਯੰਤੀ ਦੀਆਂ ਤੁਹਾਨੂੰ ਬਹੁਤ ਮੁਬਾਰਕਾਂ। ਤੁਹਾਨੂੰ ਬਹੁਤ ਮੁਬਾਰਕਾਂ ਜੀ। ਔਰ ਅੱਜ ਗੱਲਬਾਤ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤੀ ਦੇ ਵਿੱਚ ਵਿਸਾਖੀ ਦੀ ਕਰਾਂਗੇ। ਸਾਰੇ ਪਾਸੇ ਰੌਣਕਾਂ, ਸਾਰੇ ਪਾਸੇ ਧੂਮਾਂ ਮਚੀਆਂ ਹੋਈਆਂ ਨੇ, ਜਿੱਥੇ ਖੁਸ਼ੀ ਹੈ ਨਵੀਂ ਫਸਲ ਦੀ ਆਮਦ ਦੀ। ਔਰ ਉੱਥੇ ਨਾਲ ਦੀ ਨਾਲ ਕਈ ਵਾਰ ਹੁੰਦਾ ਹੈ ਕਿ ਸਾਨੂੰ ਵਿਸਾਖੀ ਦੇ ਤਿਉਹਾਰ ਕਦੋਂ ਮਨਾਏ ਗਏ ਔਰ ਕਦੋਂ ਸਾਨੂੰ ਲੋੜ ਮਹਿਸੂਸ ਹੋਈ ਕਿ ਅੱਜ ਦਾ ਦਿਨ ਸਾਡੇ ਲਈ ਖਾਸ ਹੈ। ਔਰ ਇਹਦਾ ਪਿਛੋਕੜ ਜਦੋਂ ਅਸੀਂ ਦੇਖਦੇ ਹਾਂ, ਕਿਉਂ ਮਨਾਇਆ ਜਾਂਦਾ ਹੈ, ਕਿਵੇਂ ਮਨਾਇਆ ਜਾਂਦਾ ਹੈ, ਇਹ ਤੁਹਾਡੇ ਕੋਲ ਜਾਣਕਾਰੀ ਲੈਣੀ ਹੈ। ਸ਼ੁਕਰੀਆ ਪੁਰ ਸਾਹਿਬ। ਸਭ ਤੋਂ ਪਹਿਲਾਂ ਤਾਂ ਮੈਂ ਦੂਰਦਰਸ਼ਨ ਕੇਂਦਰ ਦੇ ਜਿੰਨੇ ਵੀ ਸਾਰੇ ਅਧਿਕਾਰੀ ਨੇ, ਉਹਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਸਾਡੇ ਸਾਰੇ ਦਰਸ਼ਕਾਂ ਨੂੰ ਇਹ ਮੌਕਾ ਪ੍ਰਦਾਨ ਕੀਤਾ ਕਿ ਅੱਜ ਅਸੀਂ ਖਾਲਸਾ ਸਿਰਜਣਾ ਦੇ ਦਿਵਸ ਉੱਤੇ ਜੀ, ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਉੱਤੇ, ਭਗਵਾਨ ਮਹਾਵੀਰ ਜੈਨ ਦੇ ਜਨਮ ਦਿਨ ਉੱਤੇ ਅਸੀਂ ਆਪਣੇ ਦਰਸ਼ਕਾਂ ਨੂੰ ਕੁਛ ਨਾ ਕੁਛ ਜਿਹੜਾ ਹੈਗਾ ਉਹਨਾਂ ਨੂੰ ਜਾਣਕਾਰੀ ਪ੍ਰਦਾਨ ਕਰਾਂਗੇ। ਔਰ ਇਹ ਜਾਣਕਾਰੀ ਪ੍ਰਦਾਨ ਕਰਨ ਵਾਸਤੇ ਜਿਹੜਾ ਦੂਰਦਰਸ਼ਨ ਇਹ ਮੌਕਾ ਦੇ ਰਿਹਾ, ਇਹਦੇ ਲਈ ਵਧਾਈ ਦੀ ਪਾਤਰ ਨੇ ਜੀ। ਜਿੱਥੋਂ ਤੱਕ ਵਿਸਾਖੀ ਦੇ ਤਿਉਹਾਰ ਦਾ ਸੰਬੰਧ ਹੈਗਾ, ਇਹ ਬਹੁਤ ਹੀ ਪ੍ਰਾਚੀਨ ਪ੍ਰਥਾ ਹੈਗੀ ਹੈ। ਕਦੋਂ ਸ਼ੁਰੂ ਹੋਇਆ ਇਹਦੇ ਬਾਰੇ ਸਾਨੂੰ ਮਤਲਬ ਕਿ ਕੋਈ ਬਹੁਤਾ ਮਤਲਬ ਕਿ ਜਿਹੜਾ ਹੈਗਾ ਨਹੀਂ ਮਿਲਦਾ ਹੈਗਾ, ਪਰ ਬਹੁਤ ਪੁਰਾਣੀ ਪਰੰਪਰਾ ਹੈਗੀ ਹੈ। ਇਹ ਪਰੰਪਰਾ ਇਸ ਕਰਕੇ ਕਿਉਂਕਿ ਇਹ ਜਿਹੜੀ ਵਿਸਾਖੀ ਹੈ, ਇਹਦਾ ਮਹੱਤਵ ਜਿਹੜਾ ਹੈਗਾ ਅੱਜ ਦੇ ਪ੍ਰਸੰਗ ਵਿੱਚ ਦੇਖਿਆ ਜਾਵੇ, ਧਾਰਮਿਕ ਵੀ ਹੈ, ਸਮਾਜਿਕ ਵੀ ਹੈ, ਆਰਥਿਕ ਵੀ ਹੈ, ਰਾਜਨੀਤਿਕ ਵੀ ਹੈ ਜੀ। ਹੁਣ ਧਾਰਮਿਕ ਤੇ ਇਸ ਕਰਕੇ ਜਿਸ ਤਰ੍ਹਾਂ ਕਿ ਆਪਾਂ ਖਾਲਸਾ ਸਿਰਜਣਾ ਦੀ ਗੱਲ ਕਰਨੀ ਹੈਗੀ ਹੈ ਜੀ, ਖਾਲਸਾ ਸਿਰਜਣਾ ਦੇ ਨਾਲ ਮੇਰੇ ਖਿਆਲ ਸਾਰੇ ਹਿੰਦੁਸਤਾਨ ਦੇ ਵਿੱਚ ਕੋਈ ਵੀ ਅਜਿਹਾ ਤਬਕਾ ਨਹੀਂ ਜਿਹੜਾ ਕਿ ਇਸ ਦਿਨ ਕਿਸੇ ਨਾ ਕਿਸੇ ਜਿਹੜਾ ਹੈਗਾ ਸਥਾਨ ਦੇ ਉੱਤੇ ਜਾ ਕੇ ਤੀਰਥ ਇਸ਼ਨਾਨ ਨਾ ਕਰਦਾ ਹੋਵੇ। ਬਿਲਕੁਲ ਇਸ ਦਿਨ ਤੀਰਥ ਇਸ਼ਨਾਨ ਕਰਨਾ, ਔਰ ਸਾਊਥ ਦੇ ਵਿੱਚ ਤਾਂ ਪਰੰਪਰਾ ਹੈਗੀ, ਲੋਕੀ ਈਵਨ ਵਰਤ ਰੱਖਦੇ ਨੇ, ਇਸ ਦਿਨ ਕੁਝ ਖਾਂਦੇ ਪੀਂਦੇ ਨਹੀਂ ਹੈਗੇ, ਬਲਕਿ ਜਾ ਕੇ ਤੀਰਥ ਇਸ਼ਨਾਨ ਕਰਕੇ ਫਿਰ ਉਸ ਤੋਂ ਬਾਅਦ ਜੇ ਕੁਝ ਖਾਣਾ ਹੁੰਦਾ ਉਹਨਾਂ ਦੇ ਆਪਣੇ ਸਿਸਟਮ ਨਾਲ ਉਹ ਖਾਂਦੇ ਨੇ, ਅਦਰਵਾਈਜ਼ ਉਹ ਖਾਂਦੇ ਵੀ ਨਹੀਂ ਹਨ। ਸੋ ਹਰ ਬੰਦਾ ਇਸ ਦਿਨ ਤੀਰਥ ਇਸ਼ਨਾਨ ਕਰਦਾ ਹੈ, ਵਰਤ ਰੱਖਦਾ ਹੈ। ਔਰ ਖਾਸ ਤੌਰ 'ਤੇ ਪੰਜਾਬ ਦੇ ਲੋਕ ਨੇ, ਇਹਨਾਂ ਵਿੱਚ ਪੁਰਾਣੀ ਪਰੰਪਰਾ ਇਹੀ ਹੈਗੀ ਹੈ ਕਿ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਕਰਤਾਰਪੁਰ ਜ਼ਿਲ੍ਹਾ ਜਲੰਧਰ ਜਿਹੜਾ ਹੈ, ਸ੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ, ਦਮਦਮਾ ਸਾਹਿਬ, ਉੱਥੇ ਜਾ ਕੇ ਜ਼ਰੂਰ ਇਸ਼ਨਾਨ ਕਰਦੇ ਨੇ। ਤੇ ਇਹਨਾਂ ਦੀ ਮਾਨਤਾ ਹੈਗੀ ਹੈ ਕਿ ਇਸ ਦਿਨ ਜਿਹੜਾ ਇਸ਼ਨਾਨ ਕੀਤਾ ਹੁੰਦਾ ਉਹਦਾ ਮਤਲਬ ਜਿਹੜਾ ਧਾਰਮਿਕ ਫਲ ਮਿਲਦਾ। ਠੀਕ ਹੈ। ਇਹਦੇ ਨਾਲ ਹੀ ਇਹ ਵੀ ਪਰੰਪਰਾ ਹੈਗੀ ਹੈ, ਇਹਦੀ ਮਹੱਤਵ ਥੋੜਾ ਮਿਥਿਹਾਸਕ ਵੀ ਹੈਗਾ ਜੀ। ਇਸ ਦਿਨ ਮਹਾਰਿਸ਼ੀ ਵਿਆਸ ਨੇ ਚਾਰੇ ਵੇਦਾਂ ਦਾ ਪਾਠ ਜਿਹੜਾ ਸੀਗਾ ਉਹ ਸੰਪੂਰਨ ਕਰਕੇ ਉਹਦਾ ਭੋਗ ਪਾਇਆ ਸੀ। ਅੱਛਾ ਜੀ। ਇਸ ਕਰਕੇ ਮਤਲਬ ਕਿ ਇਹਦੀ ਮਹਾਨਤਾ ਤਾਂ ਵੀ ਗਿਣੀ ਜਾਂਦੀ ਹੈ ਕਿਉਂਕਿ ਇਹਨਾਂ ਭੋਗ ਪਾਇਆ ਸੀਗਾ ਨਦੀ ਕਿਨਾਰੇ, ਬਿਆਸ ਨਦੀ ਦੇ ਉੱਤੇ, ਤੇ ਇਸ ਕਰਕੇ ਮਤਲਬ ਤੀਰਥ ਇਸ਼ਨਾਨ ਕਰਨਾ ਜਿਹੜਾ ਲੋਕੀ ਇਸ ਨੂੰ ਜ਼ਿਆਦਾ ਮਤਲਬ ਜਿਹੜਾ ਹੈਗਾ ਚੰਗਾ ਮੰਨਦੇ ਨੇ। ਸੋ ਇਹ ਬੜੀ ਪੁਰਾਣੀ ਪਰੰਪਰਾ ਹੈਗੀ ਆ। ਦੂਜਾ ਗੱਲ ਇਹ ਹੈਗੀ ਆ, ਜਿਵੇਂ ਆਮ ਕਹਾਵਤ ਹੈਗੀ ਆ ਕਿ ਫਸਲਾਂ ਦੀ ਮੁੱਕ ਗਈ ਰਾਖੀ, ਜੱਟਾ ਆਈ ਵਿਸਾਖੀ, ਆਈ ਵਿਸਾਖੀ।
ਕਿਉਂਕਿ ਜਿੱਥੇ ਮਤਲਬ ਕਿ ਜ਼ਿਮੀਂਦਾਰ ਜੀ ਨੇ ਸਾਲ ਭਰ ਮਤਲਬ ਕਿ ਮਿਹਨਤ ਕੀਤੀ ਹੁੰਦੀ ਹੈ, ਉਹਦੀ ਫਸਲ ਪੱਕ ਜਾਂਦੀ ਹੈ ਔਰ ਫਸਲਾਂ ਨੂੰ ਮਤਲਬ ਕਿ ਦਾਤੀ ਲਾਈ ਜਾਂਦੀ, ਛੁਆਈ ਜਾਂਦੀ ਹੈਗੀ ਆ, ਉਹ ਜਿੱਥੇ ਮਤਲਬ ਕਿ ਆਪਣੀ ਫਸਲ ਵੇਚ ਕੇ ਮਾਲਾ ਮਾਲ ਹੁੰਦਾ ਹੈ, ਉੱਥੇ ਫਸਲ ਖਰੀਦਣ ਵਾਲੇ ਵੀ ਉਹਨਾਂ ਨੂੰ ਰੁਜ਼ਗਾਰ ਮਿਲਦਾ ਹੈਗਾ। ਸੋ ਦੋਨਾਂ ਪਾਸੇ ਮਤਲਬ ਆਰਥਿਕ ਜਿਹੜੀ ਕਿ ਖੁਸ਼ਹਾਲੀ ਆਉਂਦੀ ਹੈਗੀ ਆ। ਸੋ ਜਿੱਥੋਂ ਤੱਕ ਹੈਗਾ ਇਹਦਾ ਸਮਾਜਿਕ ਸੰਬੰਧ ਹੈਗਾ, ਸਮਾਜਿਕ ਇਹ ਹੈ ਕਿ ਇਹ ਤਿਉਹਾਰ ਜਿਹੜਾ ਹੈਗਾ ਬਿਨਾਂ ਕਿਸੇ ਭੇਦ ਭਾਵ ਦੇ ਸਾਂਝੇ ਤੌਰ ਤੇ ਸਾਰੇ ਮਨਾਉਂਦੇ ਨੇ। ਕੋਈ ਇਹ ਨਹੀਂ ਦੇਖਦਾ ਕਿ ਮੈਂ ਕਿਹੜੀ ਜਾਤ ਦਾ, ਕਿਹੜੇ ਪਿਛੋਕੜ ਦਾ, ਕਿਸ ਖੇਤਰ ਦਾ ਹੈਗਾ। ਉਹ ਸਾਰੇ ਇੱਕ ਮੰਨਦੇ ਨੇ ਕਿ ਇਸ ਦਿਨ ਨੂੰ ਮਨਾਉਣਾ ਇੱਕ ਤਰ੍ਹਾਂ ਦਾ ਸਾਡਾ ਜਿਹੜਾ ਹੈਗਾ ਉਹ ਬੁਨਿਆਦੀ ਫਰਜ਼ ਬਣ ਜਾਂਦਾ। ਰਾਜਨੀਤਿਕ ਜਿਹੜਾ ਹੈਗਾ ਇਸ ਦਾ ਮਹੱਤਵ ਇਹ ਹੈ ਕਿ ਇਸ ਖਾਲਸਾ ਸਿਰਜਣਾ ਦਿਵਸ ਦੇ ਉੱਤੇ ਗੁਰੂ ਗੋਬਿੰਦ ਸਿੰਘ ਨੇ ਇੱਕ ਨਵੀਂ ਲੀਹ ਤੋਰੀ ਸੀਗੀ ਕਿ ਰਾਜਨੀਤਿਕ ਜੇਕਰ ਬਣਨਾ ਤਾਂ ਕਿਵੇਂ ਬਣਨਾ। ਜਿਵੇਂ ਉਹ ਕਹਿੰਦੇ ਨੇ, ਚੂੰਕਾਰ ਅੱਜ ਹਮਾਂ ਹੀਲ ਤੇ ਗੁਰਦਸ਼ਤ ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰ ਦਸਤ। ਹਾਂਜੀ, ਸੋ ਕਿਸੇ ਉੱਤੇ ਮਤਲਬ ਜ਼ੁਲਮ ਕਰਨਾ ਨਹੀਂ ਤੇ ਜ਼ੁਲਮ ਸਹਿਣਾ ਵੀ ਨਹੀਂ ਹੈ। ਜਿਵੇਂ ਗੁਰੂ ਤੇਗ ਬਹਾਦਰ ਸਿੰਘ ਕਹਿੰਦੇ, ਭੈ ਕਾਹੂ ਕੋ ਦੇਤਨਾ ਨਹਿ ਭੈ ਮਾਨਤ ਆਨ, ਤੇ ਪਰ ਜਿਵੇਂ ਗੁਰੂ ਨਾਨਕ ਕਹਿੰਦਾ, ਜੇ ਜੀਵੈ ਪੱਥ ਲੱਥੀ ਜਾਏ ਸਭ ਹਰਾਮ ਜਿੱਤਾ ਕਿਛ ਖਾਏ। ਇਸ ਲਈ ਉਹਨਾਂ ਨੂੰ ਦਾਸੀਆਂ ਦਾ ਜਾਣ ਸਮਝਣਾ। ਜਿਵੇਂ ਭਾਈ ਗੁਰਦਾਸ ਕਹਿੰਦਾ ਨਾ, ਆਸਾ ਹੱਥ ਕਿਤਾਬ ਕੱਛ, ਉਹਨਾਂ ਦੇ ਹੱਥ ਸੋਟਾ ਹੁੰਦਾ ਸੀਗਾ ਆਪਣੀ ਸਵੈ ਰੱਖਿਆ ਵਾਸਤੇ। ਸੋ ਇਸ ਕਰਕੇ ਮਤਲਬ ਕਿ ਜਿਹੜਾ ਹੈਗਾ ਆਪਣੀ ਸਵੈ ਰੱਖਿਆ ਹੀ ਕਰਨੀ ਹੈ। ਜੀਵਨ ਜਿਹੜਾ ਹੈਗਾ ਉਹ ਪੱਤ ਛੇਤੀ ਜਿਉਣਾ ਹੈਗਾ। ਜਿਹੜਾ ਸਭ ਤੋਂ ਵੱਡਾ ਇਹਦਾ ਜਿਹੜਾ ਅੱਜ ਦੇ ਦਿਨ ਦਾ ਮਹੱਤਵ ਹੈਗਾ ਵਿਸਾਖੀ ਦਾ, ਉਹ ਜੁੜਦਾ ਖਾਲਸਾ ਸਿਰਜਣਾ ਨਾਲ। ਬਿਲਕੁਲ। ਹੁਣ ਇੱਥੇ ਮਤਲਬ ਜਿਹੜਾ ਕਿ ਸਾਡੇ ਦਰਸ਼ਕਾਂ ਦੇ ਮਨਾਂ ਵਿੱਚ ਪ੍ਰਸ਼ਨ ਉੱਠਣਾ ਕੁਦਰਤੀ ਹੈ ਕਿ ਦਸਮ ਪਾਤਸ਼ਾਹ ਨੇ ਇਹ ਖਾਲਸਾ ਸਿਰਜਣਾ ਕੀਤੀ ਕਿਉਂ। ਬਿਲਕੁਲ ਵੈਰੀ ਇੰਟਰਸਟਿੰਗ ਕਿ ਇਹਦਾ ਪਿਛੋਕੜ ਸ਼ੁਰੂ ਹੁੰਦਾ ਖਾਲਸਾ ਸਿਰਜਣਾ ਦਾ 1675 ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਜੀ। ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਮਤਲਬ ਸੋਚ ਲੈਂਦੇ ਨੇ ਵੀ ਇਹ ਕਿਸ ਤਰ੍ਹਾਂ ਦੀ ਕੌਮ ਹੈਗੀ ਮੇਰੀ, ਜਿਨ੍ਹਾਂ ਨੂੰ ਮਤਲਬ ਕਿ ਕੋਈ ਪਤਾ ਨਹੀਂ ਹੈਗਾ, ਕਿਹਨੂੰ ਪਛਾਣਿਆ ਹੀ ਨਹੀਂ ਨਾ ਹੈ। ਸੋ ਉਹ 1675 ਤੋਂ ਲੈ ਕੇ 1699 ਤੱਕ ਲਗਾਤਾਰ 24 ਸਾਲ ਚਿੰਤਨ ਕਰਦੇ ਨੇ ਕਿ ਕਿਵੇਂ ਮਤਲਬ ਕਿ ਸਮਾਜ ਦੇ ਵਿੱਚ ਜਿਹੜੀ ਹੈਗੀ ਹੈ ਇੱਕ ਨਵੀਂ ਜਾਗਰਤੀ ਲਿਆ ਸਕਦੀ ਹੈ, ਇੱਕ ਨਵਾਂ ਰੂਪ ਦਿੱਤਾ ਜਾ ਸਕਦਾ ਹੈ, ਤਾਂ ਕਿ ਲੋਕੀ ਜਿਹੜੇ ਹੈਗੇ ਆ ਜਿਹੜੇ ਕਿ ਇਹ ਸਮਝਦੇ ਨੇ ਕਿ ਸ਼ਸਤਰ ਚੁੱਕਣਾ ਤਾਂ ਸਾਡਾ ਕੰਮ ਹੀ ਨਹੀਂ ਹੈਗਾ। ਉਹ ਕਹਿੰਦੇ ਵੀ ਜਾਤ ਹਮਾਰੀ ਮਤਲਬ ਤੋਲਨ ਤਕੜੀ ਹੈ, ਨੰਗੀ ਕਰਦ ਕਬੂ ਨਾ ਪਕੜੀ। ਉਹ ਇਹੋ ਜਿਹੀ ਮਾਨਸਿਕਤਾ ਉਹਨੂੰ ਬਣੀ ਸੀ। ਇਹ ਮਾਨਸਿਕਤਾ ਕਿਵੇਂ ਮਤਲਬ ਤੋੜ ਕੇ ਇਹਨਾਂ ਨੂੰ ਆਪਣੇ ਸਵੈ ਰੱਖਿਆ ਵਾਸਤੇ ਤਿਆਰ ਕੀਤਾ ਜਾਵੇ। ਸੋ 24 ਸਾਲ ਪੂਰਾ ਚਿੰਤਨ ਕਰਨ ਤੋਂ ਬਾਅਦ ਉਹਨਾਂ ਨੇ 1699 ਵਿੱਚ ਇਹ ਖਾਲਸਾ ਸਿਰਜਣਾ ਕੀਤੀ ਸੀਗੀ। ਔਰ ਇੱਥੇ ਕਮਾਲ ਦੀ ਗੱਲ ਹੈ, ਖਾਲਸਾ ਸਿਰਜਣਾ ਵਿੱਚ ਵੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਇੱਕ ਸੰਦੇਸ਼ ਹੈ ਕਿ ਮਾਨਸ ਕੀ ਜਾਤ ਸਭੈ ਏਕੈ ਪਹਿਚਾਨੋ। ਉਹ ਦੇਖਦੇ ਨੇ ਜਿਹੜਾ ਮਾਨਵ ਸਮਾਜ ਹੈਗਾ ਉਹ ਚਾਰੇ ਜਿਹੜਾ ਵਰਗਾਂ 'ਚ ਵੰਡਿਆ ਹੋਇਆ, ਕੋਈ ਇੱਕ ਦੂਜੇ ਦੀ ਕਿਸੇ ਨਾਲ ਸਾਂਝ ਹੈ ਨਹੀਂ ਗੀ। ਸੋ ਉਹਨਾਂ ਨੇ ਇੱਕ ਦੂਜੇ ਸਾਂਝ ਪੈਦਾ ਕਰਨ ਵਾਸਤੇ ਵੀ ਇਸ ਜਿਹੜਾ ਹੈਗਾ ਖਾਲਸਾ ਸਿਰਜਣਾ ਦਾ ਜਿਹੜਾ ਆਪਣਾ ਉਦੇਸ਼ ਸੀਗਾ ਉਹ ਸਨਮੁਖ ਰੱਖਿਆ। ਹੁਣ ਪੰਜੇ ਪਿਆਰੇ ਜਿਹੜੇ ਸਜਾਏ ਹੈਗੇ ਆ, ਉਹਨਾਂ ਦਾ ਨਾਂ ਤਾਂ ਇੱਕ ਟਿਕਾਣਾ ਹੈ, ਨਾ ਉਹਨਾਂ ਦਾ ਇੱਕ ਧਰਮ ਹੈ ਜੀ, ਨਾ ਉਹਨਾਂ ਦੀ ਇੱਕ ਭਾਸ਼ਾ ਹਾਂਜੀ, ਤੇ ਨਾ ਉਹਨਾਂ ਦਾ ਇੱਕ ਨਾਮ ਹੈਗਾ। ਹੁਣ ਉਹਨਾਂ ਚੋਂ ਜਿਹੜਾ ਭਾਈ ਦਯਾਲ ਰਾਮ ਹੈਗਾ ਜੀ, ਉਹ ਖੱਤਰੀ ਹੈ। ਹਾਂਜੀ, ਖੱਤਰੀ ਵੀ ਹੈ ਇਹਨਾਂ 'ਚ, ਜੱਟ ਵੀ ਹੈ, ਚੋਰ ਵੀ ਹੈ, ਛਿੰਬੇ ਵੀ ਹਨ, ਨਾਈ ਵੀ ਹਨ। ਵੱਖ-ਵੱਖ ਜਾਤਾਂ ਦੇ ਜਿਹੜੇ ਹੈਗੇ ਪੰਜੇ ਪਿਆਰੇ ਨੇ। ਹਾਂਜੀ, ਔਰ ਇਹ ਪੰਜਾਂ ਪਿਆਰਿਆਂ ਨੂੰ ਕਮਾਲ ਦੀ ਗੱਲ ਇਹ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜਿਸ ਵੇਲੇ ਅੰਮ੍ਰਿਤ ਛਕਾ ਦਿੰਦੇ ਨੇ ਜੀ, ਇਹਨਾਂ ਪੰਜਾਂ ਪਿਆਰਿਆਂ ਦੇ ਕੋਈ ਇਹ ਨਹੀਂ ਜਾਤ ਭੇਦ ਨਹੀਂ ਰਹਿ ਜਾਂਦਾ। ਇਹਨਾਂ ਦੇ ਕੁਲ ਨਾਸ਼ ਕਰ ਦਿੰਦੇ ਨੇ, ਧਰਮ ਨਾਸ਼ ਕਰ ਦਿੰਦੇ ਨੇ, ਕਰਮ ਨਾਸ਼ ਕਰ ਦਿੰਦੇ ਨੇ। ਹਾਂਜੀ, ਤੇ ਉਹਨਾਂ ਕਹਿੰਦੇ ਤੁਹਾਡਾ ਹੁਣ ਸਿਰਫ ਇੱਕੋ ਇੱਕ ਨਿਸ਼ਾਨਾ ਕਿ ਤੁਹਾਡਾ ਟਿਕਾਣਾ ਹੈਗਾ ਅਨੰਦਪੁਰ ਸਾਹਿਬ, ਤੇ ਤੁਹਾਡਾ ਪਿਤਾ ਹੈਗਾ ਗੁਰੂ ਗੋਬਿੰਦ ਸਿੰਘ, ਤੇ ਮਾਤਾ ਹੈਗੀ ਸਾਹਿਬ ਕੌਰ, ਬਾਕੀ ਸਭ ਕੁਝ ਖਤਮ। ਬਿਲਕੁਲ। ਫਿਰ ਕਮਾਲ ਦੀ ਗੱਲ ਤਾਂ ਇਹ ਹੁੰਦੀ ਹੈ ਨਾ ਕਿ ਇਸ ਚੀਜ਼ ਨੂੰ ਅਮਲੀ ਰੂਪ ਕਿਸ ਤਰ੍ਹਾਂ ਬਣਾਉਂਦੇ ਨੇ ਉਹ ਅਮਲੀ ਰੂਪ ਬਣਾਇਆ ਇਸ ਨੂੰ ਇਹ ਕਹਿ ਕੇ ਉਹਨਾਂ ਪੰਜਾਂ ਪਿਆਰਿਆਂ ਅੱਗੇ ਹੱਥ ਜੋੜ ਕੇ ਜਿਹੜੇ ਕਿ ਵੱਖ-ਵੱਖ ਜਾਤਾਂ ਦੇ ਸਨ, ਪਰ ਹੁਣ ਉਹਨਾਂ ਨੇ ਸਾਰਿਆਂ ਦੇ ਕਰਮ ਨਾਸ਼, ਧਰਮ ਨਾਸ਼, ਕੁਲ ਨਾਸ਼ ਹੈਗੀ ਆ। ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਮੈਂ ਹੁਣ ਮਤਲਬ ਕਿ ਤੁਹਾਡੇ ਪਾਸੋਂ ਇਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਚਾਹੁੰਦਾ। ਹਾਂਜੀ, ਬਿਲਕੁਲ। ਤੇ ਪੰਜ ਪਿਆਰੇ ਵੀ ਇੰਨੇ ਜਾਗਰੂਕ ਹੋ ਜਾਂਦੇ ਨੇ ਕਿ ਮਹਾਰਾਜ ਦੱਸੋ ਅਸੀਂ ਤਾਂ ਮਤਲਬ ਕਿ ਅੰਮ੍ਰਿਤ ਪਾਨ ਕੀਤਾ ਇਹ ਆਪਣੇ ਸੀਸ ਬਲੀਦਾਨ ਕਰਕੇ, ਤੇ ਤੁਸੀਂ ਇਹਦੀ ਕੀ ਫੀਸ ਦਿਓਗੇ? ਉਹ ਕਹਿੰਦੇ ਤੁਸੀਂ ਇੱਕ ਸੀਸ ਦਿੱਤਾ, ਮੈਂ ਸਾਰੇ ਸਰਬੰਸ ਦਾ ਸੀਸ ਦਿਆਂਗਾ। ਤੇ ਉੱਥੋਂ ਹੀ ਗੁਰੂ ਮਹਾਰਾਜ ਦੀ ਜਿਹੜੀ ਹੈ ਮਤਲਬ ਕਿ ਜਿਹੜਾ ਉਹ ਹੈ ਸੀ ਨਾ, ਹਾਂਜੀ, ਵੀ ਵੈ ਪ੍ਰਗਟੇ ਉਹ ਮਰਦ ਅਗੰਮੜਾ ਭਾਈ ਗੁਰਦਾਸ ਜੀ ਕਹਿੰਦੇ ਨੇ, ਵਰਿਆਮ ਅਕੇਲਾ ਤੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਇਤਿਹਾਸਿਕ ਪਿਛੋਕੜ ਦੀ ਤੁਸੀਂ ਗੱਲ ਦੱਸੀ ਹੈ ਸਾਨੂੰ, ਵਿਸਾਖੀ ਦੀ ਦੱਸੀ ਹੈ, ਕਦੋਂ ਮਨਾਇਆ ਜਾਂਦਾ, ਕਿਵੇਂ ਉਸ ਸਮੇਂ ਦੀ ਵਿਸਾਖੀ
ਜਿੱਦਾਂ ਆਪਾਂ ਪਿਛਲੇ ਸਮਿਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਵਿਸਾਖੀ ਦੇ ਲਈ ਬਹੁਤ ਹੀ ਖਾਸ ਜਿਹੜੇ ਹੈਗੇ ਪ੍ਰਬੰਧ ਕੀਤੇ ਜਾਂਦੇ ਸੀ, ਮੇਲੇ ਹੁੰਦੇ ਸੀ, ਉਹਨਾਂ ਦਾ ਗਠਨ ਹੁੰਦਾ ਸੀ, ਬਹੁਤ ਸਾਰੀਆਂ ਸਭਾਵਾਂ ਲੱਗਦੀਆਂ ਹੁੰਦੀਆਂ ਸੀ। ਅੱਜ ਦੇ ਸਮੇਂ ਦੇ ਵਿੱਚ ਵਿਸਾਖੀ ਦੇ ਵਿੱਚ ਅੰਤਰ ਆ ਗਿਆ ਹੈ। ਆਪਾਂ ਦੇਖਦੇ ਹਾਂ ਸਾਰੇ ਜਾਣੇ ਕਿ ਬਹੁਤ ਕੁਝ ਜਿਹੜੀਆਂ ਸਮੇਂ ਦੇ ਨਾਲ ਬਹੁਤ ਰੂਪਾਂਤਰਨ ਹੋ ਗਿਆ ਹੈ। ਕੀ ਲੱਗਦਾ ਹੈ ਤੁਹਾਨੂੰ, ਕਿੱਦਾਂ ਦਾ ਅੰਤਰ ਆਇਆ ਹੈ? ਦੇਖੋ ਪਰ ਸਾਹਿਬ, ਬੜੀ ਸਿੱਧੀ ਗੱਲ ਹੈਗੀ ਆ। ਗੁਰੂ ਗੋਬਿੰਦ ਸਿੰਘ ਨੇ ਜਿਸ ਵੇਲੇ ਉਸ ਵੇਲੇ ਵਿਸਾਖੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਖਾਲਸਾ ਸਿਰਜਣਾ ਦੇ ਨਾਲ, ਉਹ ਇਹ ਕੀਤਾ ਸੀ ਕਿ ਜਿਹੜੇ ਉਸ ਸਮੇਂ ਦੇ ਕੇਵਲ ਸੰਤ ਸਨ, ਬਾਣੀ ਪੜ੍ਹਨ ਵਾਲੇ, ਹਾਲਾਂਕਿ ਅੰਮ੍ਰਿਤ ਜਿਹੜਾ ਉਹ ਵੀ ਬਾਣੀ ਨਾਲ ਤਿਆਰ ਹੁੰਦਾ ਜੀ, ਉਹ ਸ਼ਸਤਰ ਨਹੀਂ ਸੀ ਉਠਾਉਂਦੇ, ਤੇ ਜਿਹੜੇ ਸ਼ਸਤਰ ਉਠਾਉਂਦੇ ਸੀਗੇ ਉਹ ਜਾਬਰ ਤੇ ਜ਼ੁਲਮ ਕਰਦੇ ਸਨ ਐਸੇ ਕਿ ਉਹ ਮਤਲਬ ਕਿ ਜਿਹੜਾ ਸੀਗਾ ਬਾਣੀ ਨਹੀਂ ਸੀ ਪੜ੍ਹਦੇ। ਸੋ ਉਹਨਾਂ ਨੇ ਇਹ ਸੰਤ ਦੇ ਸਿਪਾਹੀ ਦਾ ਰੂਪ ਜਿਹੜੇ ਸ਼ਸਤਰਹੀਨ ਬੰਦੇ ਸਨ ਉਹਨਾਂ ਨੂੰ ਸ਼ਸਤਰ ਫੜਾਤਾ ਤਾਂ ਕਿ ਤੁਸੀਂ ਆਪਣੀ ਸੁਰੱਖਿਆ ਵੀ ਕਰਨੀ ਹੈ ਤੇ ਦੂਜਿਆਂ ਦੇ ਜਿਹੜੇ ਮਜ਼ਲੂਮ ਨੇ ਉਹਨਾਂ ਦੀ ਵੀ ਕਰਨੀ ਹੈ। ਤੇ ਜਿਹੜੇ ਸ਼ਸਤਰਧਾਰੀ ਸੀਗੇ ਉਹਨਾਂ ਨੂੰ ਸ਼ਾਸਤਰ ਦੇ ਨਾਲ ਜੋੜ ਦਿੱਤਾ ਤਾਂ ਕਿ ਤੁਸੀਂ ਮਤਲਬ ਦੋਨੇ ਕੰਮ ਕਰਨੇ ਆ। ਸੋ ਇਸ ਤਰ੍ਹਾਂ ਦੇ ਉਸ ਵੇਲੇ ਤਾਂ ਇਦਾਂ ਦੀ ਵਿਸਾਖੀ ਸੀ ਤਾਂ ਕਿ ਲੋਕੀ ਜਿਹੜੇ ਹੈਗੇ ਆ ਉਹ ਆਪਣੀ ਸੁਰੱਖਿਆ ਵੀ ਕਰਨ ਤੇ ਦੂਜਿਆਂ ਦੀ ਸੁਰੱਖਿਆ ਵੀ ਕਰਨ। ਤੇ ਇਹਦੇ ਨਾਲ ਹੀ ਮਤਲਬ ਕਿ ਉਹਨਾਂ ਨੇ ਕੀਤਾ, ਜਿਹੜੀ ਵਿਸਾਖੀ ਉਸ ਨੂੰ ਮਨਾਈ ਜਾਂਦੀ ਸੀਗੀ ਉਹ ਧਰਮ ਕਰਮ ਦੇ ਨਾਲ ਜੁੜੀ ਹੋਈ ਸੀਗੀ। ਪਰ ਅੱਜ ਮਤਲਬ ਜਿਹੜੀ ਹੈਗੀ ਆ ਅਸੀਂ ਇਹਨੂੰ ਮਤਲਬ ਕਿ ਰਸਮੀ ਤੌਰ ਤੇ ਲੈ ਲਿਆ। ਹਾਂਜੀ, ਜਿਹੜੀ ਕਿ ਮਤਲਬ ਕਿ ਜੋ ਜਿਹੜਾ ਇੱਕ ਉਦੇਸ਼ ਸੀਗਾ ਗੁਰੂ ਗੋਬਿੰਦ ਸਿੰਘ ਜੀ ਲੈ ਕੇ ਚੱਲੇ ਸਨ, ਉਸ ਉਦੇਸ਼ ਨੂੰ ਜਿਹੜਾ ਅਸੀਂ ਪਿੱਛੇ ਕਰਕੇ ਕੇਵਲ ਇਸ ਨੂੰ ਰਸਮੀ ਤੌਰ ਤੇ ਲੈ ਰਿਹਾ। ਅਸੀਂ ਜਾਂਦੇ ਹਾਂ ਜਾ ਕੇ ਉੱਥੇ ਮਤਲਬ ਕਿ ਇਸ਼ਨਾਨ ਵੀ ਜ਼ਰੂਰ ਕਰਦੇ ਹਾਂ, ਦਰਸ਼ਨ ਵੀ ਕਰਦੇ ਹਾਂ, ਪਰ ਦਰਸ਼ਨ ਤੇ ਇਸ਼ਨਾਨ ਤੋਂ ਉੱਪਰ ਅਸੀਂ ਕੁਝ ਨਹੀਂ ਕਰਦੇ ਹੈਗੇ। ਮਤਲਬ ਜਿਹੜੇ ਕਿ ਲੋਕਾਂ ਦੇ ਜਿਹੜੇ ਕਿ ਜ਼ਬਰ ਜ਼ੁਲਮ ਜਿਹੜਾ ਹੋ ਰਿਹਾ ਉਹਦਾ ਟਾਕਰਾ ਕਰਨਾ, ਉਹਦੇ ਲਈ ਲੋਕਾਂ ਨੂੰ ਤਿਆਰ ਕਰਨਾ, ਇਹ ਅਸੀਂ ਜਿਹੜਾ ਸਭ ਕੁਝ ਜਿਹੜਾ ਹੈ ਵਿਸਾਰ ਚੁੱਕੇ ਹੈਗੇ ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਸ਼ੁਰੂਆਤੀ ਦੇ ਵਿੱਚ ਸਾਡੀ ਇੱਕ ਦਿਲੋਂ ਇੱਕ ਇੱਛਾ ਹੁੰਦੀ ਸੀ, ਅਸੀਂ ਕਰਦੇ ਸੀਗੇ ਉਹ ਸਾਰੇ ਕੰਮਾਂ ਨੂੰ, ਤੇ ਅੱਜ ਦੇ ਸਮੇਂ ਦੇ ਵਿੱਚ ਸਿਰਫ ਇੱਕ ਫਾਰਮੈਲਿਟੀਆਂ ਹੀ ਸਾਡੇ ਕੋਲ ਰਹਿ ਗਈਆਂ ਨੇ। ਪਰ ਫਿਰ ਵੀ ਵਿਸਾਖੀ ਦਾ ਤਿਉਹਾਰ ਸਾਡੇ ਪੰਜਾਬ ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਅਸੀਂ ਜਦੋਂ ਮਨਾਉਂਦੇ ਹਾਂ ਉਸ ਦਾ ਇੱਕ ਵੱਖਰਾ ਹੀ ਰੂਪ ਸਾਨੂੰ ਵੇਖਣ ਨੂੰ ਮਿਲਦਾ ਹੈ। ਸਾਡੇ ਪੰਜਾਬ ਦੇ ਵਿੱਚ ਵੱਖ-ਵੱਖ ਰਾਜਾਂ ਵਿੱਚ, ਦੇਸ਼ਾਂ ਵਿੱਚ, ਵਿਦੇਸ਼ਾਂ ਵਿੱਚ ਕਿਸ ਤਰ੍ਹਾਂ ਮਨਾਇਆ ਜਾਂਦਾ ਵਿਸਾਖੀ ਦਾ ਤਿਉਹਾਰ? ਦੇਖੋ, ਵਿਸਾਖੀ ਮੈਂ ਜਿਵੇਂ ਕਿ ਪਹਿਲਾਂ ਕੀਤੀ ਆ ਵੀ ਇਹ ਇੱਕ ਸਾਂਝਾ ਤਿਉਹਾਰ ਹੈ। ਲੋਕ ਮਾਨਸਿਕਤਾ ਦੇ ਵਿੱਚ ਇਹਦੀ ਇੰਨੀ ਮਤਲਬ ਜਿਹੜੀ ਮਹੱਤਤਾ ਹੈਗੀ ਆ ਕਿ ਇਸ ਨੂੰ ਮਨਾਉਣੋਂ ਤਾਂ ਨਹੀਂ ਹਟਦੇ ਹੋ। ਇੱਥੋਂ ਤੱਕ ਕਿ ਹੁਣ ਤਾਂ ਵਿਦੇਸ਼ਾਂ ਵਿੱਚ ਦੇਸ਼ ਛੱਡ ਕੇ ਹੁਣ ਜਿਵੇਂ ਸਾਊਥ ਵਿੱਚ ਜਿਹੜਾ ਮਨਾਇਆ ਜਾਂਦਾ ਵੱਖਰੀ ਕਿਸਮ ਮਨਾਇਆ ਜਾਂਦਾ ਹੈਗਾ, ਤੇ ਜਿਹੜੇ ਬਾਕੀ ਸਾਡੇ ਭਾਰਤ ਦੇ ਹੈਗੇ ਆ, ਮੱਧ ਪ੍ਰਦੇਸ਼ ਉੱਥੇ ਵੱਖਰੀ ਕਿਸਮ ਮਨਾਇਆ ਜਾਂਦਾ, ਜਿਹੜਾ ਮਹਾਰਾਸ਼ਟਰ ਉੱਥੇ ਵੱਖਰੀ ਕਿਸਮ ਮਨਾਇਆ ਜਾਂਦਾ। ਪਰ ਹਰ ਇੱਕ ਦਾ ਜਿਹੜਾ ਧਾਰਮਿਕਤਾ, ਆਰਥਿਕਤਾ ਤੇ ਸਮਾਜਿਕਤਾ ਸਭ ਨਾਲ ਜੁੜੀ ਹੋਈ ਹੈ। ਹਾਂਜੀ, ਇੱਥੇ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਦੇਖੀਏ, ਅਮਰੀਕਾ ਨੇ ਤਾਂ ਹੁਣ ਇੱਥੋਂ ਤੱਕ ਕਰਤਾ ਵੀ ਇਹਨੂੰ ਰਾਸ਼ਟਰੀ ਦਿਵਸ ਦੇ ਤੌਰ ਤੇ ਮਨਾਉਣਾ ਸ਼ੁਰੂ ਕਰਤਾ। ਬਕਾਇਦਾ ਉੱਥੇ ਜਿਹੜਾ ਹੈਗਾ ਅਮਰੀਕਨ ਕਾਂਗਰਸ ਨੇ ਰੈਜ਼ੋਲੂਸ਼ਨ ਪਾਸ ਕਰਤਾ ਵੀ ਉੱਥੇ ਹਰ ਸਾਲ ਇਹ ਵਿਸਾਖੀ ਦਾ ਦਿਨ ਜਿਹੜਾ ਹੈਗਾ ਇਹ ਰਾਸ਼ਟਰੀ ਦਿਵਸ ਦੇ ਤੌਰ ਤੇ ਮਨਾਇਆ ਜਾ ਕਰੇਗਾ। ਤੇ ਉੱਥੇ ਜਿਸ ਤਰ੍ਹਾਂ ਮਤਲਬ ਮਨਾਇਆ ਜਾਂਦਾ, ਕਮਾਲ ਦੀ ਗੱਲ ਹੈਗੀ ਆ, ਜਿੰਨੇ ਉੱਥੇ ਪਕਵਾਨ ਬਣਦੇ ਨੇ ਇਸ ਦਿਨ, ਔਰ ਜਿੰਨੀ ਸ਼ਰਧਾ ਉਸ ਦਿਨ ਉੱਥੇ ਮਤਲਬ ਵਸਦੇ ਹੋਏ ਭਾਰਤੀ ਖਾਸ ਤੌਰ ਤੇ, ਹੁਣ ਤਾਂ ਗੋਰੇ ਵੀ ਨਾਲ ਜੁੜ ਗਏ ਨੇ, ਗੋਰੇ ਵੀ ਨਾਲ ਜੁੜ ਕੇ ਮਤਲਬ ਕਿ ਬਕਾਇਦਾ ਇੰਜੋਏ ਕਰਦੇ ਨੇ। ਉਹ ਕਹਿੰਦੇ ਕਮਾਲ ਦਾ ਐਸਾ ਦਿਨ ਜਿਹੜਾ ਹੈਗਾ ਅਸੀਂ ਕਿਉਂ ਨਹੀਂ ਮਨਾ ਸਕਦੇ ਹੈਗੇ। ਤੇ ਪਰ ਉਹ ਜਿਸ ਨੂੰ ਦੱਸਿਆ ਜਾਂਦਾ ਯੂ ਆਰ ਆਲਸੋ ਅਲਾਊਡ, ਹਾਂਜੀ ਤੁਹਾਨੂੰ ਕੋਈ ਰੋਕ ਨਹੀਂ ਹੈਗੀ, ਤੁਸੀਂ ਵੀ ਇਹਦੇ ਵਿੱਚ ਪਾਰਟੀਸਿਪੇਟ ਕਰ ਸਕਦੇ ਹੋ। ਉਹ ਵੀ ਕਮਾਲ ਦੀ ਗੱਲ ਹੈ, ਅਸੀਂ ਦੇਖਦੇ ਹਾਂ ਝਾਕੀਆਂ ਵਿੱਚ ਕਿ ਗੋਰੇ ਵੀ ਉੱਥੇ ਭੰਗੜੇ ਪਾ ਰਹੇ ਨੇ, ਗੋਰੇ ਵੀ ਰੰਗ ਬਰੰਗੇ ਜਿਹੜੇ ਹੈਗੇ ਆ, ਈਵਨ ਮਤਲਬ ਕਿ ਜਿਹੜੇ ਗੋਰੀਆਂ ਹੈਗੀਆਂ ਉਹ ਰੰਗ ਬਰੰਗੇ ਕੱਪੜੇ ਪਾਉਂਦੀਆਂ ਨੇ, ਰੰਗ ਬਰੰਗੇ ਜਿਹੜੇ ਹੈਗੇ ਭੋਜਨ ਬਣਾਉਂਦੇ ਨੇ, ਪਹਿਰਾਵਾ ਪੂਰਾ ਕੋਸ਼ਿਸ਼ ਕਰਦੀਆਂ ਵੀ ਪੰਜਾਬੀਆਂ ਵਰਗਾ ਪਹਿਰਾਵਾ ਪਾ ਕੇ ਤੇ ਪੰਜਾਬੀਆਂ ਵਾਂਗੂ ਉੱਥੇ ਮਤਲਬ ਕਿ ਜਿਹੜਾ ਭੰਗੜਾ ਪਾਈਏ, ਗਿੱਧਾ ਪਾਈਏ, ਤੇ ਉਹ ਇਸ ਮਤਲਬ ਕਿ ਬੜਾ ਹੀ ਮਤਲਬ ਕਿ ਆਨ ਤੇ ਸ਼ਾਨ ਨਾਲ ਮਨਾ ਕੇ ਇਸ ਖੁਸ਼ੀ ਦੇ ਵਿੱਚ ਜਿਹੜੇ ਸ਼ਾਮਲ ਹੁੰਦੇ ਨੇ। ਕਿਉਂਕਿ ਇਹ ਜਿਹੜੀ ਖੁਸ਼ੀ ਵਿਸਾਖੀ ਦੀ ਹੈਗੀ ਆ ਉਹ ਵੀ ਇਹਨੂੰ ਸਮਝਦੇ ਨੇ ਕਿ ਇਹਦਾ ਧਾਰਮਿਕ ਮਹੱਤਵ ਵੀ ਹੈ ਤੇ ਇਹਦਾ ਸਮਾਜਿਕ ਮਹੱਤਵ ਵੀ ਹੈ ਔਰ ਇਹਦਾ ਆਰਥਿਕ ਮਹੱਤਵ ਵੀ ਹੈ। ਬਿਲਕੁਲ ਬਿਲਕੁਲ, ਇਹਨਾਂ ਤਿੰਨਾਂ ਮਹੱਤਵ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਤਾਂ ਇੱਕ ਘਰ ਦੇ ਵਿੱਚ ਛੋਟੀ ਜਿਹੀ ਪਰੰਪਰਾ ਵੀ ਹੁੰਦੀ ਹੈ ਕਿ ਜਦੋਂ ਅਸੀਂ ਕਿਤੇ ਇਤਿਹਾਸਿਕ ਸਥਾਨ ਉੱਤੇ ਗੁਰਦੁਆਰਾ ਸਾਹਿਬ ਇਸ਼ਨਾਨ ਕਰਨ ਜਾਂਦੇ ਹਾਂ ਤੇ ਆਉਂਦੇ ਹੋਏ 7 ਜਿਹੜੇ ਕਣਕ ਦੇ ਜਿਹੜੇ ਛਿੱਟੇ ਹੁੰਦੇ ਸੀਗੇ ਉਹਨਾਂ ਨੂੰ ਲੈ ਕੇ ਘਰ ਦੇ ਵਿੱਚ ਬੰਨਣਾ ਸ਼ੁਭ ਵੀ ਮੰਨਿਆ ਜਾਂਦਾ ਸੀ। ਇਸੇ ਕਰਕੇ ਇੱਕ ਪਰੰਪਰਾ ਸੀ ਨਾ ਕਿ ਇੱਥੇ ਘਰ ਲਿਆਂਦਾ ਹੋਇਆ ਅਨਾਜ ਜਿਹੜਾ ਹੈਗਾ ਇਹ ਬਰਕਤ ਪਾਏਗਾ, ਘਰ ਦੇ ਵਿੱਚ ਅੰਨ ਦਾ ਕਦੇ ਵੀ ਮਤਲਬ ਤੋਟ ਨਹੀਂ ਆਏਗੀ ਹੈਗੀ। ਹਾਂਜੀ, ਕੋਈ ਘਰ ਦੇ ਵਿੱਚ ਭੁੱਖਾ ਨਹੀਂ ਸੌਏਗਾ। ਔਰ ਇਵਨ ਅੱਜ ਹੀ ਮਤਲਬ ਤੁਸੀਂ ਦੇਖੋ ਜਿਹੜੇ ਸਿੱਖ ਪਰਿਵਾਰ ਹੈਗੇ ਆ, ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ, ਉਹਨਾਂ ਦੇ ਆਂਢ ਗੁਆਂਢ ਕੋਈ ਮਤਲਬ ਕਿ ਗਰੀਬ ਹੈਗਾ ਤੇ ਉਹਨੂੰ ਮਤਲਬ ਕਿ ਭੁੱਖਾ ਨਹੀਂ ਸੌਣ ਦਿੰਦੇ। ਉਹ ਕੋਸ਼ਿਸ਼ ਉਹਨਾਂ ਦੀ ਇਹ ਹੁੰਦੀ ਆ। ਮੈਂ ਇਸ ਪ੍ਰਸੰਗ 'ਚ ਤੁਹਾਨੂੰ ਇੱਕ ਹੋਰ ਬੜੀ ਮਿਸਾਲ ਵਧੀਆ ਦਿੰਦਾ ਵੀ ਅੱਜ ਮਤਲਬ ਕਿ ਜਿਹੜਾ ਹੈਗਾ ਜੋ ਸੰਸਾਰ ਦੀ ਸਥਿਤੀ ਹੈ ਉਹ ਬੜੀ ਤਰਾਸਦੀ ਵਾਲੀ ਹੈ।
ਕਿਉਂਕਿ ਅਸੀਂ ਜਿਸ ਤਰ੍ਹਾਂ ਦਾ ਰੂਸ ਦਾ ਤੇ ਯੂਕਰੇਨ ਦਾ ਯੁੱਗ ਚੱਲ ਰਿਹਾ, ਯੁੱਧ ਚੱਲ ਰਿਹਾ, ਜੀ ਇਹ ਯੁੱਧ ਸਾਨੂੰ ਬੜੀ ਮਤਲਬ ਕਿ ਤੇਜ਼ੀ ਨਾਲ ਤੀਸਰੇ ਮਹਾਯੁੱਧ ਵੱਲ ਧੱਕ ਰਿਹਾ। ਬਿਲਕੁਲ। ਇਸ ਮਹਾਯੁੱਧ ਦੇ ਵਿੱਚ ਵੀ ਜਿਹੜਾ ਹੈ, ਅਗਰ ਕੋਈ ਉੱਥੇ ਦੇ ਮਤਲਬ ਸ਼ਰਨਾਰਥੀਆਂ ਦੀ ਕੋਈ ਵਾਕਿਆ ਦੇਖਭਾਲ ਕਰ ਰਿਹਾ ਤਾਂ ਉਹ ਗੁਰਮੁਖ ਸਿੰਘ ਦਾ ਸਜਾਇਆ ਹੋਇਆ ਉਹ ਖਾਲਸਾ ਹੀ ਆ, ਜਿਹੜਾ ਕਿ ਖਾਲਸਾ ਏਡ ਵਾਲੇ ਜਿਹੜੇ ਹੈਗੇ ਆ ਉੱਥੇ ਉਹਨਾਂ ਨੇ ਲੰਗਰ ਲਾਏ ਹੋਏ ਨੇ, ਬਕਾਇਦਾ ਉਹਨਾਂ ਨੂੰ ਬਸਤਰ ਵੀ ਦਿੰਦੇ ਆ, ਉਹਨਾਂ ਨੂੰ ਅਸਤਰ ਦਿੰਦੇ ਹੈਗੇ। ਹਾਂਜੀ, ਔਰ ਇਹੀ ਸਿੱਖਿਆਵਾਂ ਸਾਡੇ ਗੁਰੂ ਜੀ ਨੇ ਸਾਨੂੰ ਦਿੱਤੀਆਂ, ਇਹੀ ਪਰੰਪਰਾਵਾਂ ਜਿਹੜੀਆਂ ਸ਼ੁਰੂ ਤੋਂ ਚੱਲਦੀਆਂ ਆ ਰਹੀਆਂ, ਅਸੀਂ ਉਹਨਾਂ ਨੂੰ ਅੱਗੇ ਤੋਰਨ ਦੇ ਲਈ ਬਹੁਤ ਆਪਣੇ ਯਤਨ ਕਰ ਰਹੇ ਹਾਂ। ਔਰ ਵਿਸਾਖੀ ਦੇ ਤਿਉਹਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਆਲੇ ਦੁਆਲੇ ਵਿੱਚ ਰੌਣਕਾਂ ਹੁੰਦੀਆਂ ਨੇ, ਗੀਤ ਗਾਏ ਜਾਂਦੇ ਨੇ ਔਰ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ। ਜਿੱਥੇ ਨਵੀਂ ਕਣਕ ਦੀ ਆਮਦ ਹੁੰਦੀ ਹੈ ਉੱਥੇ ਨਾਲ ਦੀ ਨਾਲ ਕਿਸਾਨਾਂ ਨੂੰ ਜਿਹੜੀ ਉਮੀਦ ਹੁੰਦੀ ਹੈ ਕਿ ਇੰਨੇ ਦੇਰ ਬਾਅਦ ਜਿਹੜੀ ਆਪਣੀ ਫਸਲ ਦੀ ਰਾਖੀ ਕਰਕੇ ਉਸ ਨੂੰ ਵੇਚ ਵੱਟ ਕੇ ਆਪਣੇ ਘਰਾਂ ਦੇ ਵਿੱਚ ਜਦੋਂ ਉਹ ਪੈਸਾ ਲੈ ਕੇ ਆਉਂਦਾ ਹੈ ਤਾਂ ਸੱਚੀ ਫਿਰ ਮਾਹੌਲ ਘਰ ਦਾ ਖੁਸ਼ੀਆਂ ਵਾਲਾ ਹੁੰਦਾ ਹੈ। ਤੇ ਇਹ ਖੁਸ਼ੀਆਂ ਨੂੰ ਪਰਮਾਤਮਾ ਕਦੇ ਕਿਸੇ ਦੀ ਨਜ਼ਰ ਨਾ ਲਾਵੇ। ਔਰ ਵਿਸਾਖੀ ਦਾ ਤਿਉਹਾਰ ਅਸੀਂ ਸਾਰੇ ਜਾਣੇ ਮਨਾ ਰਹੇ ਹਾਂ ਤੇ ਸ਼ਾਮਿਲ ਕਰਦੇ ਹਾਂ ਇੱਕ ਖੂਬਸੂਰਤ ਗੀਤ ਨੂੰ। ਆਪਣੀ ਫਸਲ ਨੂੰ ਧੀਆਂ ਪੁੱਤਰਾਂ ਵਾਂਗ ਪਿਆਰ ਕਰਦਾ ਹੈ। ਓਏ ਜਦੋਂ ਉਹ ਫਸਲ ਪੱਕ ਕੇ ਜਵਾਨ ਹੁੰਦੀ ਹੈ ਤਾਂ ਦੋਸਤੋ ਕਿਸਾਨ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ। ਹੋ ਜੱਟਾ ਆਈ ਏ ਵਿਸਾਖੀ ਲਈ ਖੁਸ਼ੀਆਂ, ਵਿਸਾਖੀ ਆਈ ਏ ਵਿਸਾਖੀ ਲਈ ਖੁਸ਼ੀਆਂ, ਵਿਸਾਖੀ। आओ रल के भंगड़ा पाइए, विसाखी का जश्न मनाइए। विसाखी का जश्न असी मना रहे हैं और जिथे असी गल कर रहे हैं विसाखी दी उदे खास अज दिन है, खास इस करके क्योंकि अज असी भारत रत्न डॉक्टर भीम राव अंबेडकर जी की जन्म जयंती भी मना रहे हैं। और जिथे असी जयंती दी गल्लां करनियां ने उत्थे नाल दी नाल आज़ाद भारत दे पहले कानून मंत्री रहे और सानू बहुत वड्डा संघर्ष करके साडे पल्ले पाया साडा संविधान। और अज दियां गल्लां फिर असी इस तरह ही जारी रखांगे। और डॉक्टर जसवीर सिंह सावर जी साडे नाल ने और जदों असी डॉक्टर भीम राव अंबेडकर जी दियां गल्लां करदे हां ते सब तो पहला अज जन्म दिवस है उन्हां दा, जयंती है अज। और जन्म कदों होया और इन्हां दे माता पिता कौन सन, ये जानना तो बहुत जरूरी है। ਫਸਟ ਸਭ ਡਾਕਟਰ ਭੀਮ ਰਾਓ ਅੰਬੇਦਕਰ ਜਿਨ੍ਹਾਂ ਨੂੰ ਕਿ ਭਾਰਤ ਰਤਨ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ, ਉਹ ਡਿਜ਼ਰਵ ਕਰਦੇ ਸੀਗੇ। ਇਹਨਾਂ ਦਾ ਜਨਮ ਵੀ 14 ਅਪ੍ਰੈਲ
91 ਨੂੰ ਹੁੰਦਾ ਹੈ। ਹਾਂਜੀ 1991 ਤੇ 1991 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈਗਾ ਤੇ 1891 ਦੇ ਵਿੱਚ ਸੌਰੀ 1891 ਹਾਂਜੀ। ਜੀ 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 ਇਹਨਾਂ ਦੇ ਜਿਹੜੇ ਫਾਦਰ ਸਨ ਉਹ ਆਰਮੀ ਸੀਗੇ, ਸੂਬੇਦਾਰ ਮੇਜਰ ਸਨ ਰਾਮ ਜੀ। ਹਾਂਜੀ ਤੇ ਇਹਨਾਂ ਦੇ ਮਾਤਾ ਜੀ ਜਿਹੜੇ ਸੀਗੇ ਉਹਨਾਂ ਦਾ ਨਾਮ ਜਿਹੜਾ ਸੀਗਾ ਉਹ ਸੂਬੇਦਾਰ ਮੇਜਰ ਸਨ ਰਾਮਾ ਜੀ, ਤੇ ਮਾਤਾ ਜੀ ਦਾ ਨਾਮ ਸੀ ਭੀਮਾ ਬਾਈ ਜੀ। ਜੀ ਸੋ ਇਹ ਮਤਲਬ ਕਿ ਇਹਨਾਂ ਦੇ ਘਰ ਆਲਰੇਡੀ ਪਹਿਲਾਂ 13 ਬੱਚੇ ਸਨ ਤੇ ਡਾਕਟਰ ਭੀਮ ਰਾਓ ਅੰਬੇਦਕਰ 14ਵੇਂ ਬੱਚੇ ਸੀਗੇ। ਠੀਕ ਹੈ। ਤੇ ਇਹਨਾਂ ਨੇ ਮਤਲਬ ਕਿ ਡਾਕਟਰ ਭੀਮ ਰਾਓ ਅੰਬੇਦਕਰ ਆਪਣੇ ਬਾਕੀ ਸਾਰੇ ਪਰਿਵਾਰ ਵਿੱਚੋਂ ਸ਼ੁਰੂ ਤੋਂ ਹੀ ਇੱਕ ਖੁਦਦਾਰ ਕਿਸਮ ਦਾ ਤੇ ਬੜਾ ਮਿਹਨਤੀ ਸੀਗਾ। ਹਾਂਜੀ ਇਹ ਮਿਹਨਤ ਦਾ ਇੱਕ ਫਲ ਸੀ ਇਹਨਾਂ ਦਾ ਕਿ ਇਹਨਾਂ ਨੇ ਪਹਿਲੀ ਵਾਰ ਹੈ ਕਿਸੇ ਦਲਿਤ ਨੇ 1907 ਦੇ ਵਿੱਚ ਮੈਟ੍ਰਿਕ ਪਾਸ ਕੀਤੀ ਹੋਵੇ। ਜੀ ਹੀ ਵਾਸ ਦਾ ਫਸਟ ਪਰਸਨ ਕਿ ਜਿਹਨੇ 1907 ਦੇ ਵਿੱਚ ਮੈਟ੍ਰਿਕ ਪਾਸ ਕੀਤੀ ਹੈਗੀ ਆ। ਇਹਨਾਂ ਨੂੰ ਬੜੀ ਖਿੱਚ ਚੱਲਦੀ ਸੀ ਕਿ ਸੰਸਕ੍ਰਿਤ ਪੜ੍ਹਨ ਵਾਸਤੇ ਸਾਨੂੰ ਕਿਉਂ ਨਹੀਂ ਅਲਾਉ ਕੀਤਾ ਜਾਂਦਾ ਹੈਗਾ। ਠੀਕ ਹੈ। ਸੋ ਇਹਨਾਂ ਦੇ ਮਨ 'ਚ ਬੜੀ ਇੱਛਾ ਸੀ ਕਿ ਮੈਂ ਸੰਸਕ੍ਰਿਤ ਪੜ੍ਹਨੀ ਹੈਗੀ ਆ, ਪਰ ਥੋੜ੍ਹੀ ਪੜ੍ਹਦੇ ਰਹੇ। ਲੇਕਿਨ ਅਖੀਰ ਤੱਕ ਇਹਨਾਂ ਨੇ ਕਮਾਲ ਦੀ ਗੱਲ ਇਹ ਹੈਗੀ ਆ ਵੀ ਇੰਨੀ ਮਿਹਨਤ ਕੀਤੀ ਕਿ ਇਹਨਾਂ ਨੇ ਮਤਲਬ ਕਿ ਅਮਰੀਕਾ ਜਾ ਕੇ ਇੰਗਲੈਂਡ ਜਾ ਕੇ ਇੰਨੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਜਿਹੜੀਆਂ ਕਿ ਸ਼ਾਇਦ ਉਸ ਸਮੇਂ ਦੇ ਵਿੱਚ ਭਾਰਤ ਵਿੱਚ ਕਿਸੇ ਵੀ ਵਿਅਕਤੀ ਨੇ ਪ੍ਰਾਪਤ ਨਹੀਂ ਸੀ ਕਰ ਸਕੀਆਂ। ਕਾਰਨ ਇੱਕ ਤਾਂ ਇਹਨਾਂ ਦੇ ਮਨ ਦੇ ਵਿੱਚ ਵਿੱਦਿਆ ਦੀ ਬਹੁਤ ਜ਼ਿਆਦਾ ਜਿਹੜੀ ਪ੍ਰਚੰਡ ਇੱਛਾ ਸੀਗੀ ਤੇ ਦੂਜਾ ਇਹਨਾਂ ਦਾ ਬੜਾ ਇੱਕ ਸਪਸ਼ਟ ਮਤ ਸੀਗਾ ਕਿ ਜੇਕਰ ਮੈਂ ਆਪਣੇ ਦਲਿਤ ਸਮਾਜ ਨੂੰ ਜਾਗਰੂਕ ਕਰਨਾ ਹੈ, ਉਹਨਾਂ ਨੂੰ ਆਪਣੇ ਹੱਕਾਂ ਵਾਸਤੇ ਉਹਨਾਂ ਨੂੰ ਦੱਸਣਾ ਹੈਗਾ, ਤਾਂ ਬੜਾ ਜ਼ਰੂਰੀ ਹੈਗਾ ਕਿ ਸਭ ਤੋਂ ਪਹਿਲਾਂ ਪੜ੍ਹਨ ਹੋ ਕੇ ਇਕੱਠੇ ਹੋਣ ਤੋਂ ਬਾਅਦ ਸੰਘਰਸ਼ ਕਰਨਾ। ਪੜੋ ਜੁੜੋ ਤੇ ਦੈਨ ਸੰਘਰਸ਼ ਕਰੋ। ਹੁੰਦਾ ਕੀ ਹੈ, ਅਸੀਂ ਸੰਘਰਸ਼ ਪਹਿਲਾਂ ਕਰਦੇ ਹਾਂ, ਸਾਨੂੰ ਵੀ ਪਤਾ ਨਹੀਂ ਦਾ ਸੰਘਰਸ਼ ਕਿਉਂ ਕਰ ਰਹੇ ਹਾਂ ਅਸੀਂ। ਹਾਂਜੀ ਪਰ ਡਾਕਟਰ ਭੀਮ ਰਾਓ ਅੰਬੇਦਕਰ ਇਹ ਸਮਝ ਚੁੱਕੇ ਸਨ ਜਿੰਨੀ ਦੇਰ ਤੱਕ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਜੋ ਕਰ ਰਹੇ ਹਾਂ ਇਹਦਾ ਲਾਭ ਕੀ ਹੈ, ਇਹਦੇ ਨੁਕਸਾਨ ਕੀ ਹੈ, ਤੇ ਜੇ ਇਹਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਕਿ ਸਾਨੂੰ ਲਾਭ ਹੀ ਲਾਭ ਪ੍ਰਾਪਤ ਹੋਵੇ। ਇਸ ਕਰਕੇ ਉਹਨਾਂ ਨੇ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ ਦੇ ਜਿਹੜਾ ਰਾਹ ਚੁਣਿਆ ਸੀਗਾ, ਉਹਨਾਂ ਨੇ ਇਹ ਸੰਦੇਸ਼ ਦਿੱਤਾ ਸੀਗਾ। ਇਹ ਤੇ ਸਭ ਤੋਂ ਪਹਿਲਾਂ ਆਪ ਅਮਲ ਕੀਤਾ ਕਿ ਉਹਨਾਂ ਵਰਗਾ ਮਤਲਬ ਕਿ ਵਿਦਵਾਨ ਜਿਹੜਾ ਹੈਗਾ ਉਸ ਸਮੇਂ ਦੇ ਵਿੱਚ ਹਿੰਦੁਸਤਾਨ ਵਿੱਚ ਹੋਰ ਕੋਈ ਨਹੀਂ ਸੀਗੇ। ਤੁਸੀਂ ਹੈਰਾਨ ਹੋਵੋਗੇ ਉਹਨਾਂ ਪਾਸ MA PhD DST ਡੀਲਿਟ ਤੇ ਬਾਰਟ ਲਾ ਦੀਆਂ ਜਿਹੜੀਆਂ ਸੀਗੀਆਂ ਉਹ ਡਿਗਰੀਆਂ ਸੀਗੀਆਂ ਉਹਨਾਂ ਪਾਸ, ਸਭ ਤੋਂ ਉੱਚੀ ਡਿਗਰੀ। ਤੇ ਇੰਨੇ ਉਹ ਪੜ੍ਹਾਕੂ ਸਨ ਜਿਸ ਵੇਲੇ ਇੰਗਲੈਂਡ ਤੋਂ ਵਾਪਸ ਆਏ ਨੇ ਤੇ ਕਹਿੰਦੇ ਉਹਨਾਂ ਦੇ ਕੋਲ ਨਾ ਜਿਹੜੇ 24 ਬਕਸੇ ਜਿਹੜੇ ਸੀਗੇ ਉਹ ਕਿਤਾਬਾਂ ਦੇ ਸਨ। ਤੁਸੀਂ ਇਹ ਦੇਖ ਲਓ ਵੀ ਕਿੰਨਾ ਬੰਦਾ ਉਹ ਜਿਹੜਾ ਹੈਗਾ ਇੰਟੈਲੀਜੈਂਟ ਹੋਏਗਾ। ਸੋ ਇਹਨਾਂ ਨੇ ਸਾਰੀ ਜ਼ਿੰਦਗੀ ਜਿਹੜਾ ਸੀਗਾ ਸੰਘਰਸ਼ ਕੀਤਾ, ਖਾਸ ਤੌਰ ਤੇ ਜਿਹੜਾ ਕਿ ਮਤਲਬ ਕਿ ਅਛੂਤਾਂ ਨਾਲ ਵਿਵਹਾਰ ਕੀਤਾ ਜਾਂਦਾ ਸੀਗਾ। ਈਵਨ ਇੱਥੋਂ ਤੱਕ ਜਦੋਂ ਕਿ ਮਤਲਬ ਕਿ ਮੈਟ੍ਰਿਕ ਪੜ੍ਹਦੇ ਸਨ ਇਹਨਾਂ ਨੂੰ ਪਾਣੀ ਨਹੀਂ ਸੀ ਪੀਣ ਦਿੰਦੇ। ਤੇ ਜਿਸ ਵੇਲੇ ਇਹ ਉੱਥੇ ਕਾਲਜ ਦੇ ਪ੍ਰੋਫੈਸਰ ਵੀ ਲੱਗ ਗਏ ਤਾਂ ਜਿਹੜੇ ਇਹਨਾਂ ਦੇ ਕੁਲੀਗ ਸਨ ਉਹਨਾਂ ਨੇ ਇੰਨੀ ਈਰਖਾ ਕੀਤੀ ਕਿ ਉਹਨਾਂ ਸਟੂਡੈਂਟਸ ਨੂੰ ਭੜਕਾਇਆ ਵੀ ਇਸ ਅਛੂਤ ਤੋਂ ਨਾ ਪੜ੍ਹਿਓ। ਹਾਂਜੀ ਤੇ ਇੱਕ ਵਾਰੀ ਇਹਨਾਂ ਨੇ ਮਤਲਬ ਗਲਤੀ ਨਾਲ ਕਿਤੇ ਉਹਨਾਂ ਦੇ ਘੜੇ 'ਚ ਪਾਣੀ ਪੀ ਲਿਆ ਤੇ ਸਾਰੇ ਜਿਹੜੇ ਪ੍ਰੋਫੈਸਰ ਸੀਗੇ ਉਹ ਇਹਨਾਂ ਦੇ ਉਲਟ ਹੋ ਗਏ, ਪਰ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਹੈਗੀ। ਇਹ ਆਪਣੇ ਜਿਹੜੇ ਮਕਸਦ ਉੱਥੇ ਡਟੇ ਰਹੇ। ਹਾਂਜੀ ਸੋ ਇਹਨਾਂ ਨੇ ਪੂਰੀ ਆਪਣਾ ਜਿਹੜੀ ਸੀਗੀ ਉੱਥੇ ਤਨਦੇਹੀ ਨਾਲ ਇਸ ਤਰ੍ਹਾਂ ਪੜ੍ਹਾਇਆ ਕਿ ਉਹ ਸਟੂਡੈਂਟ ਜਿਹੜੇ ਸੀਗੇ ਉਹਨਾਂ ਪ੍ਰੋਫੈਸਰਾਂ ਕੋਲ ਨਹੀਂ ਪੜ੍ਹਦੇ ਸੀਗੇ, ਇਹਨਾਂ ਕੋਲ ਪੜ੍ਹਨ ਆਉਣਾ ਸ਼ੁਰੂ ਹੋ ਗਿਆ। ਹਾਂਜੀ ਕਿਉਂਕਿ ਇਸ ਤਰ੍ਹਾਂ ਪਿਆਰ ਨਾਲ ਤੇ ਇਸ ਤਰ੍ਹਾਂ ਢੰਗ ਨਾਲ ਪੜ੍ਹਾਉਂਦੇ ਸਨ ਕਿ ਉਹਨਾਂ ਲੋਕੀ ਕਰਦੇ ਸਨ ਪ੍ਰਿੰਸੀਪਲ ਤੱਕ ਦੀ ਉਹਦੇ ਤੱਕ ਪਹੁੰਚ ਗਏ ਸੀਗੇ। ਇੱਕ ਸਮਾਂ ਐਸਾ ਵੀ ਆਇਆ ਸੀ ਕਿ ਇਹਨਾਂ ਨੂੰ ਵਾਇਸਰਾਏ ਜਿਹੜਾ ਸੀਗਾ ਹਾਈ ਕੋਰਟ ਦਾ ਜੱਜ ਬਣਾਉਣਾ ਚਾਹੁੰਦਾ ਸੀਗਾ ਤਾਂ ਕਿ ਇਹ ਜਿਹੜੇ ਦੂਜੇ ਸਮਾਜਿਕ ਕਾਰਵਾਈਆਂ ਹੈਗੀਆਂ ਉਹਨਾਂ ਤੋਂ ਪਾਸੇ ਹੋ ਜਾਣ, ਪਰ ਇਹਨਾਂ ਨੇ ਨਾ ਕਰਤੀ। ਕਹਿੰਦੇ ਜੇਕਰ ਮੈਨੂੰ ਰਾਸ਼ਟਰਪਤੀ ਵੀ ਬਣਾਉਣਾ ਚਾਹੇ ਨਾ ਵਾਇਸਰਾਏ, ਉਹ ਵੀ ਮੈਂ ਨਹੀਂ ਕਰਾਂਗਾ, ਮੈਂ ਆਪਣੇ ਸਮਾਜ ਲਈ ਕੰਮ ਕਰਾਂਗਾ। ਸੋ ਆਪਣੇ ਸਮਾਜ ਦੇ ਜਿਹੜਾ ਸੀਗਾ ਉਹਦੇ ਉਥਾਨ ਲਈ, ਉਹਦੇ ਭਲੇ ਲਈ ਡਾਕਟਰ ਭੀਮ ਰਾਓ ਅੰਬੇਦਕਰ ਨੇ ਸਾਰੀ ਜ਼ਿੰਦਗੀ ਸੰਘਰਸ਼ ਕੀਤਾ ਔਰ ਸੰਘਰਸ਼ ਵੀ ਇਸ ਤਰ੍ਹਾਂ ਕੀਤਾ ਕਿ ਜਿਹਨੇ ਫਲ ਇਹ ਦਿੱਤਾ ਕਿ ਜਿਹੜੀ ਹਿੰਦੁਸਤਾਨ ਦੇ ਵਿੱਚ ਪਹਿਲੀ ਜਿਹੜਾ ਮੰਤਰੀ ਮੰਡਲ ਬਣਿਆ ਸੀਗਾ ਹਾਂਜੀ ਉਹਦੇ ਵਿੱਚ ਇਹਨਾਂ ਨੂੰ ਮਤਲਬ ਕਿ ਹੱਥ ਜੋੜ ਕੇ ਕਾਨੂੰਨ ਮੰਤਰੀ ਬਣਾਇਆ ਗਿਆ ਤੇ ਇਹਨਾਂ ਨੇ ਇਹ ਪਹਿਲੇ ਮਤਲਬ ਕਿ ਐਸੇ ਮਤਲਬ ਕਿ ਜਿਹੜੇ ਸਨ ਵਿਦਵਾਨ ਹੋਣ ਕਰਕੇ ਨਿਰਮਾਤਾ ਸਨ ਭਾਰਤੀ ਸੰਵਿਧਾਨ ਦੇ, ਜਿਹੜਾ ਕਿ 26 ਜਨਵਰੀ 1950 ਨੂੰ ਲਾਗੂ ਹੋਇਆ। ਹਾਂਜੀ ਇਹ ਠੀਕ ਹੈ ਕਿ ਉਸ ਵੇਲੇ ਆਰੰਭ ਵਿੱਚ ਇਸ ਦੀਆਂ ਸਿਰਫ 395 ਧਾਰਾਵਾਂ ਸੀਗੀਆਂ, ਬਾਅਦ ਚ ਇਹਦੇ ਚ ਅਮੈਂਡਮੈਂਟ ਹੁੰਦੀਆਂ ਰਹੀਆਂ ਲੋੜ ਅਨੁਸਾਰ। ਤੇ ਪਰ ਇਹ ਜਿਹੜਾ ਮਤਲਬ ਕਿ ਇਹਨਾਂ ਨੇ ਰੱਖ ਤੇ ਸੀ ਨਾ ਨੀਂਹ ਡਾਕਟਰ ਭੀਮ ਰਾਓ ਅੰਬੇਦਕਰ ਨੇ, ਉਸ ਨੀਂਹ ਨੂੰ ਕੋਈ ਮਤਲਬ ਹਿਲਾ ਨਹੀਂ ਸਕਿਆ ਹੈਗਾ। ਸੋ ਇਹਨਾਂ ਦਾ ਸਾਰਾ ਜਿਹੜਾ ਜੀਵਨ ਹੈਗਾ ਇਹ ਇਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਜਿਸ ਤਰ੍ਹਾਂ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਇੰਨੀਆਂ ਵੱਡੀਆਂ ਉਹਨੇ ਡਿਗਰੀਆਂ ਪ੍ਰਾਪਤ ਕੀਤੀਆਂ ਨੇ ਤੇ ਸਾਰਾ ਮੇਰਾ ਸਮਾਜ ਵੀ ਜਿਹੜਾ ਹੈਗਾ ਉਹ ਪੜ੍ਹਨ ਤੋਂ ਬਾਅਦ ਇਕੱਠਾ ਹੋਵੇ,
ਕਿਉਂਕਿ ਇਹ ਇਕੱਠ ਵਿੱਚ ਬਰਕਤ ਹੁੰਦੀ ਹੈਗੀ ਹੈ। ਬਿਲਕੁਲ, ਬਿਲਕੁਲ। ਤੇ ਜੇ ਕੋਈ ਮਤਲਬ ਕਿ ਇੱਕ ਚੀਜ਼ ਤੇ ਸੰਘਰਸ਼ ਕਰਨਾ ਤੇ ਫਿਰ ਤੁਸੀਂ ਸੋਚ ਸਮਝ ਕੇ ਉਹ ਸੰਘਰਸ਼ ਕਰੋ। ਜੇ ਅਜਿਹਾ ਤੁਸੀਂ ਕਰਨ ਤੋਂ ਬਾਅਦ ਸੰਘਰਸ਼ ਕਰੋਗੇ ਤਾਂ ਉਹ ਸੰਘਰਸ਼ ਤੁਹਾਡਾ ਜਿਹੜਾ ਹੈਗਾ ਉਹ ਪੋਜ਼ਿਟਿਵ ਹੋਏਗਾ, ਉਹ ਤੁਹਾਨੂੰ ਚੰਗਾ ਫਲ ਦੇਗਾ ਹੈਗਾ। ਬਿਲਕੁਲ। ਔਰ ਜਦੋਂ ਅਸੀਂ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਗੱਲ ਕਰਦੇ ਹਾਂ, ਅੱਜ ਦੇ ਦਿਵਸ ਨੂੰ ਖਾਸ ਕਰਕੇ ਗਿਆਨ ਦਿਵਸ ਵੀ ਕਿਹਾ ਜਾਂਦਾ ਹੈ, ਸਮਾਨਤਾ ਦਿਵਸ ਵੀ ਕਿਹਾ ਜਾਂਦਾ ਹੈ। ਔਰ ਜੇਕਰ ਕਹਿ ਦਈਏ ਕਿ ਇਹਨਾਂ ਨੇ ਸਾਨੂੰ ਆਪਣੀ ਜੀਵਨੀ ਦੇ ਵਿੱਚੋਂ ਇੰਨੀਆਂ ਕੁਝ ਸਿੱਖਿਆਵਾਂ ਦਿੱਤੀਆਂ ਨੇ ਤੇ ਅੱਜ ਜੇ ਲੋੜ ਹੈ ਤਾਂ ਉਹਨਾਂ ਸਿੱਖਿਆਵਾਂ ਉੱਤੇ ਚੱਲਣ ਦੀ। ਔਰ ਜਿਵੇਂ ਤੁਸੀਂ ਗੱਲ ਕੀਤੀ ਕਿ ਸਾਨੂੰ ਸਮਾਨਤਾ ਦਾ ਹੱਕ, ਸਾਨੂੰ ਜਿਹੜੇ ਫੰਡਾਮੈਂਟਲ ਰਾਈਟਸ ਨੇ, ਸਾਡੀਆਂ ਡਿਊਟੀਆਂ ਨੇ, ਸਾਡੀਆਂ ਜੋ ਵੀ ਸਾਨੂੰ ਹੱਕ ਮਿਲਣੇ ਚਾਹੀਦੇ ਨੇ ਸਾਡੇ ਸੰਵਿਧਾਨ ਦੇ ਵਿੱਚ ਉਹਨਾਂ ਨੇ ਲਿਖ ਕੇ ਦਿੱਤੀਆਂ। ਔਰ ਜਦੋਂ ਇਹ ਸਭ ਘਾਲਣਾ ਹੋਈ ਹੈ, ਸਭ ਜਿਹੜੀ ਡਰਾਫਟਿੰਗ ਕਮੇਟੀ ਦੇ ਜਿਹੜੇ ਨਿਰਮਾਤਾ ਜਿੱਦਾਂ ਸਾਡੇ ਸੰਵਿਧਾਨ ਦੇ ਰਹੇ ਨੇ, ਕੀ ਉਹਨਾਂ ਦੀ ਸੋਚ ਸੀ, ਕੀ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਜਿਹੜੇ ਭਾਰਤ ਦੇ ਵਿੱਚ ਆਉਣ ਵਾਲੇ ਵਿਦਿਆਰਥੀਆਂ ਦਾ ਜਿਹੜਾ ਜਾਂ ਹਰੇਕ ਨਾਗਰਿਕ ਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਕਿਸ ਤਰ੍ਹਾਂ ਦਾ ਸੁਨਹਿਰੀ ਬਣ ਸਕਦਾ ਹੈ? ਮੈਂ ਜਿਸ ਤਰ੍ਹਾਂ ਬੇਨਤੀ ਕੀਤੀ ਹੈਗੀ ਹੈ ਕਿ ਇਹ ਸਮਝ ਚੁੱਕੇ ਸਨ, ਇਹਨਾਂ ਦਾ ਇੱਕ ਬੜਾ ਸਪਸ਼ਟ ਮਤ ਸੀਗਾ ਕਿ ਪਹਿਲਾਂ ਤਾਂ ਇਹ ਦੱਸੋ ਵੀ ਜਿਹੜਾ ਹੈਗਾ ਜਦੋਂ ਪ੍ਰਮਾਤਮਾ ਨੇ ਕਿਸੇ ਪ੍ਰਕਾਰ ਦੀ ਕੋਈ ਵੰਡੀ ਨਹੀਂ ਪਾਈ ਹੈਗੀ, ਹਰ ਇਨਸਾਨ ਦਾ ਉਹੀ ਮਤਲਬ ਕਿ ਜਿਹੜਾ ਸਿਸਟਮ ਹੈ ਉਹਦੇ ਪੈਦਾ ਹੋਣ ਦਾ, ਉਹੀ ਸਿਸਟਮ ਉਹਦੇ ਜੀਵਨ ਦਾ ਹੈਗਾ ਜੀ। ਤੇ ਫਿਰ ਤੁਸੀਂ ਇਹ ਕਿੱਦਾਂ ਕਹਿੰਦੇ ਵੀ ਇਹ ਅਛੂਤ ਹੈ ਤੇ ਇਹ ਜਿਹੜਾ ਹੈਗਾ ਅਪਰ ਕਲਾਸ ਹੈਗੀ ਹੈ? ਬਿਲਕੁਲ, ਬਿਲਕੁਲ, ਸੋ ਇਹਦੇ ਬਾਰੇ ਕੋਈ ਦਲੀਲ ਕਿਸੇ ਪਾਸ ਕੋਈ ਨਹੀਂ ਸੀਗੀ। ਪਰ ਇਹ ਮਤਲਬ ਕਿ ਕਮਾਲ ਦੀ ਗੱਲ ਹੈ, ਅੱਜ ਵੀ ਮਤਲਬ ਤੁਸੀਂ ਸੰਸਾਰ 'ਚ ਦੇਖੋ, ਹਿੰਦੁਸਤਾਨ ਨੂੰ ਛੱਡ ਕੇ ਦੁਨੀਆ ਦੇ ਕਿਸੇ ਖੇਤਰ ਵਿੱਚ ਹੀ ਮੈਂ ਜਿੰਨੇ ਵਿਦੇਸ਼ਾਂ 'ਚ ਘੁੰਮਿਆ ਹੋਇਆ, ਕਿਤੇ ਵੀ ਮੈਨੂੰ ਕੋਈ ਅਜਿਹਾ ਵਿਅਕਤੀ ਨਹੀਂ ਮਿਲਿਆ ਜਿਹੜਾ ਕਿ ਇਹ ਕਹੇ ਮੈਂ ਮਤਲਬ ਕਿ 2 ਨੰਬਰ ਦਾ ਸ਼ਹਿਰੀ ਹਾਂ ਤੇ ਤੁਸੀਂ 1 ਨੰਬਰ ਦਾ ਸ਼ਹਿਰੀ ਹੋ। ਇਹ ਜਿਹੜੀ ਵੰਡ ਪ੍ਰਣਾਲੀ ਹੈਗੀ ਹੈ ਇਹ ਸਿਰਫ ਹਿੰਦੁਸਤਾਨ ਦੇ ਵਿੱਚ ਹੀ ਹੈ। ਤੇ ਡਾਕਟਰ ਭੀਮ ਰਾਓ ਅੰਬੇਦਕਰ ਬੜੇ ਸਪਸ਼ਟ ਸਨ ਇਸ ਗੱਲ ਦੇ ਉੱਤੇ ਕਿ ਜਿਸ ਵੇਲੇ ਤੁਸੀਂ ਇਹ ਗਿਆਨ ਪ੍ਰਾਪਤ ਕਰ ਲਓਗੇ ਕਿ ਤੁਸੀਂ ਵੀ ਉਸੇ ਪਰਮਾਤਮਾ ਦੀ ਔਲਾਦ ਹੋ ਜਿਸ ਪਰਮਾਤਮਾ ਦੀ ਔਲਾਦ ਬਾਕੀ ਦੇ ਨੇ, ਤੇ ਫਿਰ ਤੁਹਾਨੂੰ ਮਤਲਬ ਕਿ ਅਹਿਸਾਸ ਹੋ ਜਾਏਗਾ ਕਿ ਤੁਸੀਂ ਵੀ ਉਸ ਇੱਕ ਅਧਿਕਾਰ, ਇੱਕ ਸਤਿਕਾਰ ਦੇ ਪਾਤਰ ਹੋ, ਜਿਸ ਇੱਕ ਅਧਿਕਾਰ ਤੇ ਇੱਕ ਸਤਿਕਾਰ ਦਾ ਪਾਤਰ ਦੂਸਰਾ ਵਿਅਕਤੀ ਹੈਗਾ। ਪਰ ਇਹ ਜਿਹੜੀ ਗਿਆਨ ਤਾਂ ਹੀ ਆ ਸਕਦਾ ਹੈਗਾ ਜੇਕਰ ਤੁਹਾਨੂੰ ਇਸ ਗੱਲ ਦੀ ਸਮਝ ਹੋਏਗੀ, ਔਰ ਸਮਝ ਵਾਸਤੇ ਜ਼ਰੂਰੀ ਗੱਲ ਹੈ ਕਿ ਤੁਹਾਨੂੰ ਪੜ੍ਹਾਈ ਕਰਨੀ ਪਏਗੀ। ਸੋ ਜੇ ਪੜ੍ਹਾਈ ਨਹੀਂ ਕਰੋਗੇ ਤਾਂ ਫਿਰ ਤੁਸੀਂ ਜਾਣ ਨਹੀਂ ਸਕਦੇ ਤੁਹਾਡੇ ਲਈ ਕੀ ਚੰਗਾ ਕੀ ਮੰਦਾ। ਇੱਕ ਪੜ੍ਹਿਆ ਲਿਖਿਆ ਵਿਅਕਤੀ ਜਾਣ ਸਕਦਾ ਨਾ ਕਿ ਮੇਰੇ ਜੀਵਨ 'ਚ ਕੀ ਚੰਗਾ ਕੀ ਮਤਲਬ ਜਿਹੜਾ ਹੈਗਾ ਮਾੜਾ ਹੈਗਾ। ਉਹ ਮਾੜੀ ਚੀਜ਼ ਕਦੇ ਨਹੀਂ ਕਰੇਗਾ ਜੇ ਉਹਨੂੰ ਗਿਆਨ ਹੋਏਗਾ। ਜੇ ਉਹਨੂੰ ਗਿਆਨ ਹੀ ਹੈ ਨਹੀਂਗਾ, ਹਾਂਜੀ, ਤੇ ਫਿਰ ਕੁਛ ਨਹੀਂ ਹੋ ਸਕਦਾ। ਜਿਵੇਂ ਭਾਈ ਗੁਰਦੁਆਰਾ ਜੀ ਕਹਿੰਦੇ ਨੇ, ਗਿਆਨ ਕਾਰਨ ਕਰਮ ਅਭਿਆਸ। ਹਾਂਜੀ, ਵੀ ਗਿਆਨ ਦੇ ਕਾਰਨ ਜਿਹੜੇ ਹੈਗੇ ਕਰਮ ਸਾਡੇ ਜਿਹੜੇ ਹੈਗੇ ਉਹ ਚੰਗੇ ਬਣਦੇ ਹੈਗੇ ਆ, ਤੇ ਜੇ ਗਿਆਨ ਹੀ ਹੈ ਨਹੀਂਗਾ ਤੇ ਫਿਰ ਤਾਂ ਕੁਛ ਨਹੀਂ ਬਣ ਸਕਦਾ ਹੈਗਾ। ਸੋ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਡਾਕਟਰ ਭੀਮ ਰਾਓ ਅੰਬੇਦਕਰ ਦੀ ਬਹੁਤ ਵੱਡੀ ਜਿਹੜੀ ਸਿੱਖਿਆ ਸੀ ਆਪਣੇ ਸਮਾਜ ਲਈ, ਔਰ ਉਹੀ ਕਾਰਨ ਹੈ ਕਿ ਅੱਜ ਮਤਲਬ ਕਿ ਭਾਰਤ ਵਿੱਚ ਕਿੰਨੇ ਹੀ ਜਿਹੜੇ ਹੈਗੇ ਦਲਿਤ ਸਮਾਜ ਨਾਲ ਸੰਬੰਧਿਤ ਵਿਅਕਤੀ ਮਿਨਿਸਟਰ ਵੀ ਨੇ, MLA ਵੀ ਨੇ, IAS ਵੀ ਨੇ, ਵੱਡੀਆਂ ਪੋਸਟਾਂ ਤੇ ਵੀ ਨੇ, ਵੱਡੇ ਅਹੁਦਿਆਂ ਤੇ ਨੇ, ਵੱਡੇ ਮਤਲਬ ਕਿ ਵਪਾਰ ਵੀ ਕਰ ਰਹੇ ਨੇ। ਇਹ ਵੱਖਰੀ ਗੱਲ ਹੈ ਕਿ ਫਿਰ ਵੀ ਮਤਲਬ ਜਿਹੜੀ ਹੈਗੀ ਹੈ ਉਹਨਾਂ ਦੀ ਆਰਥਿਕਤਾ ਜਿਹੜੀ ਹੈਗੀ ਉਹਨੂੰ ਸਰਕਾਰ ਦੇ ਰਹੀ ਹੈ, ਪਰ ਉਹਨਾਂ ਦੀ ਜਿਹੜੀ ਉਹ ਅਵਸਥਾ ਹੈਗੀ ਹੈ ਨਾ ਉਹ ਹਾਲੇ ਮਤਲਬ ਕਿ ਉੱਥੇ ਨਹੀਂ ਪਹੁੰਚੀ ਹੋਈ ਇੱਕ ਸਮਾਨ ਅਧਿਕਾਰ ਬਾਰੇ ਹੈਗੀ ਹੈ। ਉਹ ਤਾਂ ਹੀ ਪੈਦਾ ਹੋ ਸਕਦੀ ਹੈ ਜੇਕਰ ਇਹ ਪੜ੍ਹਨਗੇ ਤੇ ਜੁੜਨਗੇ ਤੇ ਫਿਰ ਸੰਘਰਸ਼ ਕਰਨਗੇ। ਗਿਆਨ ਤੇ ਜਿਹੜੀ ਸਿੱਖਿਆ ਹੈ ਸਾਨੂੰ ਬਹੁਤ ਕੁਝ ਕਰਵਾ ਦਿੰਦੀ ਹੈ। ਇਸੇ ਤੇ ਜ਼ੋਰ ਪਾਇਆ ਸਾਡੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ। ਔਰ ਜਦੋਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ, ਸੰਵਿਧਾਨ ਨੂੰ ਲਿਖਣ ਦੇ ਲਈ ਕੁੱਲ 2 ਸਾਲ 11 ਮਹੀਨੇ ਤੇ 17 ਦਿਨ ਲੱਗੇ ਸਨ। ਜਦੋਂ ਇਹ ਪੂਰੀ ਬਣਤ ਹੋਈ ਹੈ ਸੰਵਿਧਾਨ ਦੀ, ਕੀ ਕੁਝ ਉਹਨਾਂ ਨੇ ਲਿਖਿਆ ਸਾਨੂੰ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ, ਜਾਂ ਸਾਨੂੰ ਕੁਝ ਜਿਹੜਾ ਹੈ ਕੀ ਕੁਝ ਉਹਨਾਂ ਦਾ ਇੱਕ ਤਰੀਕਾ ਸੀਗਾ ਦੱਸਣ ਦਾ ਸੰਵਿਧਾਨ ਦੇ ਬਾਰੇ, ਇਹ ਦੱਸਿਆ ਜਾਵੇ। ਮੈਂ ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ, ਉਹ ਬੜੇ ਸਪਸ਼ਟ ਸਨ ਕਿ ਸੰਵਿਧਾਨ ਦੇ ਅਨੁਸਾਰ ਉਹਨਾਂ ਨੇ ਹਰ ਇਨਸਾਨ ਨੂੰ ਇੱਕ ਸਮਾਨ ਅਧਿਕਾਰ ਤੇ ਸਤਿਕਾਰ ਦਿੱਤਾ ਹੈ ਜੀ। ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਕੀਤਾ। ਹਰ ਇਨਸਾਨ ਕਿਸੇ ਵੀ ਪੋਸਟ ਵਾਸਤੇ ਅਪਲਾਈ ਕਰ ਸਕਦਾ, ਕਿਸੇ ਵੀ ਵਪਾਰ ਦੇ ਵਿੱਚ ਦਾਖਲ ਹੋ ਸਕਦਾ, ਕੋਈ ਵੀ ਕੰਮ ਕਰ ਸਕਦਾ। ਉਹਨੂੰ ਕਿਸੇ ਤਰ੍ਹਾਂ ਦਾ ਕੋਈ ਮਤਲਬ ਜਿਹੜਾ ਬੰਧਨ ਨਹੀਂ ਹੈਗਾ। ਉਹਨਾਂ ਨੇ ਐਕਚੁਅਲੀ ਮਾਨਵ ਚੇਤਨਾ ਦੇ ਵਿੱਚੋਂ ਨਾ ਜਿਹੜੀ ਇਹ ਗੁਲਾਮੀ ਦੀ ਜ਼ਹਿਨੀ ਸੀਗੀ ਉਹਨੂੰ ਖਤਮ ਕਰਨ ਵਾਸਤੇ ਸੰਵਿਧਾਨ ਵਿੱਚ ਪੂਰਾ ਵਿਧਾਨ ਕੀਤਾ ਹੈ। ਇਹ ਉਹਨਾਂ ਦਾ ਜਿਹੜਾ ਮੇਨ ਵੀ ਇਨਸਾਨ ਜਿਹੜਾ ਹੈਗਾ ਇਨਸਾਨ ਹੈ, ਇਹ ਗੁਲਾਮ ਨਹੀਂ ਹੈਗਾ। ਹਾਂਜੀ, ਕਿਸੇ ਕਿਸਮ ਦੀ ਜਿਹੜੀ ਗੁਲਾਮੀ ਵਾਲੀ ਜੰਜੀਰਾਂ ਸੀਗੀਆਂ ਉਹਨਾਂ ਨੇ ਸੰਵਿਧਾਨ ਦੇ ਵਿੱਚ ਬਿਲਕੁਲ ਖਤਮ ਕਰ ਦਿੱਤੀਆਂ। ਹਰ ਇਨਸਾਨ ਨੂੰ ਮਤਲਬ ਕਿ ਪੂਰੀ ਤਰ੍ਹਾਂ ਦਾ ਆਜ਼ਾਦੀ ਦੇ ਤੌਰ ਦੇ ਉੱਤੇ ਆਪਣਾ ਜੀਵਨ ਜਿਉਣ ਦਾ ਅਧਿਕਾਰ ਦਿੱਤਾ ਇਹ ਸੰਵਿਧਾਨ ਦੇ ਰਾਹੀਂ। ਇਸੇ ਕਰਕੇ ਮਤਲਬ ਕਿ ਜਿਹੜੇ ਸੀਗੇ ਲੋਕੀ ਮਤਲਬ ਕਿ ਪੜ੍ਹੇ ਵੀ ਸਨ,
ਤੇ ਵੱਡੀਆਂ ਵੱਡੀਆਂ ਪੋਸਟਾਂ ਤੇ ਪਹੁੰਚੇ ਨੇ, ਇਹ ਸੰਵਿਧਾਨ ਦੀ ਬਦੌਲਤ। ਫਿਰ ਉਹਨਾਂ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਕੀਤੀ ਸੰਵਿਧਾਨ ਦੇ ਵਿੱਚ, ਉਹਨਾਂ ਨੇ ਇਹ ਦਲਿਤ ਸਮਾਜ ਨੂੰ ਆਪਣੇ ਜਿਹੜੇ ਹੈਗੇ ਆ ਜੀਵਨ ਸੁਧਾਰਨ, ਸਵਾਰਨ ਤੇ ਸ਼ਿੰਗਾਰਨ ਵਾਸਤੇ ਅਧਿਕਾਰ ਦਿੱਤੇ। ਰਿਜ਼ਰਵੇਸ਼ਨ ਵਾਲੇ ਜਿਹੜੇ ਹੈਗੇ, ਹਾਂਜੀ, ਉਹ ਰਿਜ਼ਰਵੇਸ਼ਨ ਪਾਲਿਸੀ ਜਿਹੜੀ ਸੀਗੀ ਉਹਦੇ ਕਰਕੇ ਮਤਲਬ ਕਿ ਇਹਨਾਂ ਨੂੰ ਅੱਗੇ ਆਉਣ ਦਾ ਤੇ ਅੱਗੇ ਜਾਣ ਦਾ ਇਹਨਾਂ ਨੂੰ ਮੌਕਾ ਮਿਲਿਆ। ਜੇਕਰ ਉਹ ਰਿਜ਼ਰਵੇਸ਼ਨ ਪਾਲਿਸੀ ਨਾ ਬਣਾਉਂਦੇ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਮਤਲਬ ਕਿ ਜਿਹੜਾ ਬਾਕੀ ਜਿਹੜੇ ਅਪਰ ਕਲਾਸ ਸੀਗੀਆਂ ਉਹਨਾਂ ਨੇ ਇਹਨਾਂ ਉੱਠਣ ਹੀ ਨਹੀਂ ਸੀ ਦੇਣਾ। ਹਾਂਜੀ, ਸੋ ਅੱਜ ਜੇਕਰ ਮਤਲਬ ਕਿ ਦਲਿਤ ਸਮਾਜ ਜਿਹੜਾ ਹੈਗਾ ਉਹਦਾ ਜਿਹੜਾ ਰੂਪ ਰੇਖਾ ਬਦਲੀ ਹੈ, ਉਹਦਾ ਜੀਵਨ ਦੇ ਵਿੱਚ ਕੋਈ ਜਿਹੜਾ ਬਦਲਾਅ ਆਇਆ, ਤਾਂ ਮੈਂ ਸਮਝਦਾ ਕਿ ਉਹ ਡਾਕਟਰ ਭੀਮ ਰਾਓ ਅੰਬੇਦਕਰ ਦੀ ਸਭ ਤੋਂ ਵੱਡੀ ਅਨਮੋਲ ਦੇਣ ਹੈ। ਇਸੇ ਕਰਕੇ ਉਹਨਾਂ ਨੂੰ ਭਾਰਤ ਰਤਨ ਕਿਹਾ ਜਾਂਦਾ ਹੈਗਾ। ਬਾਬਾ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਇੱਕ ਔਰਤ ਦੀ ਸਿੱਖਿਆ ਉੱਤੇ ਵੀ ਉਹਨਾਂ ਨੇ ਜ਼ੋਰ ਦਿੱਤਾ। ਉਹ ਕਹਿੰਦੇ ਕਿ ਜਦੋਂ ਸਿੱਖਿਆ ਦਿੱਤੀ ਜਾਵੇ ਕਿਸੇ ਔਰਤ ਨੂੰ ਨਾ, ਤੇ ਉਹ ਸਮਾਜ ਤਰੱਕੀ ਕਰਦਾ ਹੈ, ਉਹ ਘਰ ਤਰੱਕੀ ਕਰਦਾ ਹੈ। ਔਰਤਾਂ ਦੇ ਪੱਖ ਦੇ ਵਿੱਚ, ਔਰਤਾਂ ਦੀ ਸਿੱਖਿਆਵਾਂ ਦੇ ਪੱਖ ਦੇ ਵਿੱਚ ਸੰਵਿਧਾਨ ਦੇ ਵਿੱਚ ਵੀ ਸਾਨੂੰ ਉਹਨਾਂ ਨੇ ਦਿੱਤਾ ਹੈ। ਕੀ ਕਹਿਣਾ ਚਾਹੁੰਦੇ ਹੋ? ਡਾਕਟਰ ਭੀਮ ਰਾਓ ਅੰਬੇਦਕਰ ਜੀ ਬੜੇ ਸਪਸ਼ਟ ਸਨ ਇਸ ਗੱਲ ਦੇ ਵਿੱਚ ਕਿ ਘਰ ਦਾ ਜਿਹੜਾ ਹੈਗਾ ਨਾ ਕਾਰੋ ਵਿਹਾਰ, ਹੁਣ ਤੁਸੀਂ ਹੈਰਾਨ ਹੋਗੇ ਉਹਨਾਂ ਦੇ ਜਿਹੜੇ 4 ਬੱਚੇ ਸਨ ਉਹ ਸੰਘਰਸ਼ ਦੇ ਵਿੱਚ ਜਿਹੜੇ ਸੀਗੇ ਉਹ ਅਕਾਲ ਚਲਾਣਾ ਕਰ ਗਏ ਸੀਗੇ। ਈਵਨ ਉਹਨਾਂ ਦੀ ਘਰਵਾਲੀ ਵੀ ਜਿਹੜੀ ਸੀਗੀ ਉਹ ਵੀ ਅਕਾਲ ਚਲਾਣਾ ਕਰ ਗਈ ਸੀਗੀ। ਪਰ ਜੇਕਰ ਉਹਨਾਂ ਨੇ ਸਾਰੀ ਜ਼ਿੰਦਗੀ ਸੰਘਰਸ਼ ਕੀਤਾ, ਇੰਨਾ ਕੁਝ ਪ੍ਰਾਪਤ ਕੀਤਾ, ਉਹਦੇ ਪਿੱਛੇ ਉਹਨਾਂ ਦੀ ਜਿਹੜੀ ਘਰਵਾਲੀ ਸੀਗੀ ਉਹਦੀ ਸਭ ਤੋਂ ਵੱਡੀ ਦੇਣ ਸੀਗੀ। ਸੋ ਘਰ ਨੂੰ ਜਦੋਂ ਤੱਕ ਮਤਲਬ ਤੁਸੀਂ ਜਿਹੜਾ ਹੈਗਾ ਬੈਲੈਂਸ ਹੀ ਰੱਖੋਗੇ, ਘਰ ਨੂੰ ਬੈਲੈਂਸ ਰੱਖਣ ਦੇ ਵਿੱਚ, ਘਰ ਵਾਲਿਆਂ ਨੂੰ ਬੈਲੈਂਸ ਰੱਖਣ ਦੇ ਵਿੱਚ ਜਿੰਨਾ ਔਰਤ ਦਾ ਯੋਗਦਾਨ ਹੈ ਉਹਨਾਂ ਹੋਰ ਕਿਸੇ ਦਾ ਨਹੀਂ ਹੋ ਸਕਦਾ। ਔਰ ਡਾਕਟਰ ਭੀਮ ਰਾਓ ਅੰਬੇਦਕਰ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝਦੇ ਸਨ। ਇਸ ਕਰਕੇ ਉਹਨਾਂ ਸੰਵਿਧਾਨ ਦੇ ਵਿੱਚ ਵੀ ਪਹਿਲਾਂ ਜਿਸ ਤਰ੍ਹਾਂ ਮਤਲਬ ਕਿ ਜਿਹੜਾ ਸਮਾਜ ਜਿਹੜਾ ਸੀਗਾ ਉਹ ਵੰਡੀਆਂ 'ਚ ਪਿਆ ਸੀ, ਔਰਤ ਨੂੰ ਪੈਰ ਦੀ ਜੁੱਤੀ ਸਮਝਦਾ ਸੀਗਾ, ਪਰ ਨਹੀਂ, ਸੰਵਿਧਾਨ ਦੇ ਵਿੱਚ ਇਹ ਜਿਹੜਾ ਹੈਗਾ ਇੱਕ ਪ੍ਰੋਵੀਜ਼ਨ ਹੈਗਾ ਕਿ ਔਰਤ ਵੀ ਓਨੀ ਹੀ ਜਿਹੜੀ ਹੈਗੀ ਹੈ ਸਤਿਕਾਰ ਦੀ ਪਾਤਰ ਹੈ ਜਿੰਨਾ ਕਿ ਮਤਲਬ ਕਿ ਮਨੁੱਖ ਹੈਗਾ, ਪੁਰਖ ਹੈਗਾ। ਸੋ ਇਸ ਕਰਕੇ ਇਹ ਪੁਰਖ ਪ੍ਰਧਾਨਤਾ ਵਾਲੀ ਜਿਹੜੀ ਗੱਲ ਉਹਨਾਂ ਨੇ ਪਿੱਛੇ ਕਰਕੇ ਜਿਹੜੀ ਔਰਤ ਨੂੰ ਪੂਰਾ ਸਨਮਾਨ ਦਿੱਤਾ। ਇਸ ਕਰਕੇ ਤੁਸੀਂ ਦੇਖੋ ਵੀ ਹਿੰਦੁਸਤਾਨ ਦੇ ਵਿੱਚ ਔਰਤਾਂ ਜਿਹੜੀਆਂ ਕਿੱਥੋਂ ਤੱਕ ਪਹੁੰਚੀਆਂ, ਵੱਡੀਆਂ ਵੱਡੀਆਂ ਜਿਹੜੀਆਂ ਪੋਜੀਸ਼ਨਾਂ ਔਰਤਾਂ ਕੋਲ ਨੇ। ਅੱਜ ਵੀ ਜਿਹੜੀ ਹੈਗੀ ਹੈ ਹਿੰਦੁਸਤਾਨ ਦੀ ਫਾਈਨੈਂਸ ਮਿਨਿਸਟਰ ਉਹ ਔਰਤ ਹੈਗੀ ਹੈ। ਹਾਂਜੀ, ਇੱਥੋਂ ਤੱਕ ਮਤਲਬ ਕਿ ਇੱਥੋਂ ਦੀ ਰਾਸ਼ਟਰਪਤੀ ਵੀ ਔਰਤ ਰਹੀ ਹੈ, ਪ੍ਰਧਾਨ ਮੰਤਰੀ ਵੀ ਔਰਤ ਰਹੀ ਹੈਗੀ ਆ। ਸੋ ਇਸ ਕਰਕੇ ਔਰਤ ਨੂੰ ਜੇ ਅੱਜ ਮਤਲਬ ਕਿ ਮਾਨ ਸਨਮਾਨ ਪ੍ਰਾਪਤ ਹੈ ਨਾ ਸੰਵਿਧਾਨਕ ਤੌਰ ਤੇ, ਇਹ ਵੀ ਡਾਕਟਰ ਭੀਮ ਰਾਓ ਅੰਬੇਦਕਰ ਦੀ ਸਭ ਤੋਂ ਵੱਡੀ ਕਨਸਟੀਟਿਊਸ਼ਨਲ ਦੇਣ ਹੈਗੀ ਹੈ। ਬਿਲਕੁਲ ਉਹਨਾਂ ਦਾ ਜਿਹੜਾ ਵਡਮੁੱਲਾ ਯੋਗਦਾਨ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੈ, ਔਰ ਨਮਨ ਕਰਦੇ ਹਾਂ ਔਰ ਯਾਦ ਕਰਦੇ ਹਾਂ ਅੱਜ ਉਹਨਾਂ ਦੀ ਜਨਮ ਦਿਵਸ ਉੱਤੇ ਉਹਨਾਂ ਨੂੰ। ਔਰ ਜਿੱਥੇ ਅਸੀਂ ਅੱਜ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀਆਂ ਗੱਲਾਂ ਕਰਦੇ ਹਾਂ, ਉੱਥੇ ਨਾਲ ਦੀ ਨਾਲ ਤੀਸਰਾ ਅੱਜ ਸਾਡਾ ਤਿਉਹਾਰ ਹੈ ਭਗਵਾਨ ਮਹਾਵੀਰ ਜਯੰਤੀ। ਜੈਨ ਧਰਮ ਦੇ ਲਈ ਬਹੁਤ ਹੀ ਇੱਕ ਪ੍ਰਮੁੱਖ ਜਿਹੜਾ ਤਿਉਹਾਰ ਮੰਨਿਆ ਜਾਂਦਾ ਹੈ, ਔਰ ਸਾਰੇ ਹੀ ਜੈਨ ਧਰਮ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਉਂਦੇ ਨੇ। ਮੰਦਰਾਂ ਦੇ ਵਿੱਚ ਕਾਫੀ ਰੌਣਕਾਂ ਹੁੰਦੀਆਂ ਨੇ, ਤੇ ਅੱਜ ਅਸੀਂ ਸਾਰਿਆਂ ਨੂੰ ਭਗਵਾਨ ਮਹਾਵੀਰ ਜਯੰਤੀ ਦੀਆਂ ਵੀ ਮੁਬਾਰਕਾਂ ਦੇ ਰਹੇ ਹਾਂ। ਔਰ ਸਾਬਰ ਸਾਹਿਬ, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੀ ਸ਼ੁਰੂਆਤੀ ਜੀਵਨ ਸੀ ਭਗਵਾਨ ਮਹਾਵੀਰ ਜੀ ਦਾ, ਕਿਸ ਤਰ੍ਹਾਂ ਦਾ ਸੀ? ਇਹ ਭਗਵਾਨ ਮਹਾਵੀਰ ਜਿਹੜੇ ਜੈਨ ਸੀਗੇ, ਇਹ ਐਕਚੁਅਲੀ ਜੈਨ ਧਰਮ ਦੇ ਵਿੱਚ 24 ਤੀਰਥੰਕਰ ਮੰਨੇ ਜਾਂਦੇ ਨੇ। ਅੱਛਾ ਜੀ। ਪਹਿਲਾ ਤੀਰਥੰਕਰ ਜਿੱਥੇ ਮਹਾਵੀਰ ਰਿਸ਼ਭਦੇਵ ਸੀਗੇ, ਇਹ ਸਭ ਤੋਂ ਲਾਸਟ 24ਵੇਂ ਤੀਰਥੰਕਰ ਸਨ। ਠੀਕ ਹੈ। ਇਹਨਾਂ ਤੀਰਥੰਕਰਾਂ ਦੀ ਇੰਨੀ ਮਾਨਤਾ ਹੈ ਕਿ ਇਹ ਜੈਨ ਧਰਮ ਜਿਹੜਾ ਹੈਗਾ ਪਰਮਾਤਮਾ 'ਚ ਵਿਸ਼ਵਾਸ ਨਹੀਂ ਕਰਦਾ, ਇਹ ਪੂਜਾ ਵੀ ਤੀਰਥੰਕਰਾਂ ਦੀ ਕਰਦਾ ਹੈਗਾ। ਹਾਂਜੀ, ਇਹਨਾਂ ਵਾਸਤੇ ਉਹੀ ਭਗਵਾਨ ਨੇ, ਉਹੀ ਪਰਮਾਤਮਾ ਨੇ, ਸਭ ਕੁਝ ਹੋਈ ਨੇ। ਠੀਕ ਹੈ। ਜਿੱਥੋਂ ਤੱਕ ਭਗਵਾਨ ਮਹਾਵੀਰ ਦੇ ਬਚਪਨ ਦਾ ਸ਼ੁਰੂਆਤੀ ਜਿਹੜਾ ਹੈਗਾ ਜੀਵਨ ਦਾ ਸੰਬੰਧ ਹੈ, ਇਹ ਰਾਜ ਘਰਾਣੇ ਦੇ ਸਪੁੱਤਰ ਸਨ। ਇਹਨਾਂ ਦੇ ਪਿਤਾ ਸਿਧਾਰਥ ਜੀ ਉਸ ਮਤਲਬ ਕਿ ਜਿਹੜਾ ਸੀਗਾ ਗਣਰਾਜ ਜਿਹੜਾ ਸੀਗਾ ਗੁਜਰਾਤ ਦਾ, ਉਹਦੇ ਮਤਲਬ ਜਿਹੜੇ ਸਨ ਉਹ ਵੈਸ਼ਾਲੀ ਮਤਲਬ ਜਿਹੜਾ ਸੀਗਾ ਇਲਾਕਾ, ਉਹਦੇ ਮਤਲਬ ਕਿ ਉਹ ਹੈੱਡ ਸੀਗੇ। ਸੋ ਇਹਨਾਂ ਦਾ ਜਿਹੜਾ ਜਨਮ ਇੱਕ ਰਾਜ ਘਰਾਣੇ 'ਚ ਹੋਇਆ ਜੀ। ਰਾਜ ਘਰਾਣੇ ਜਨਮ ਹੋਣ ਕਰਕੇ ਇਹਨਾਂ ਦਾ ਜਿਹੜਾ ਸ਼ੁਰੂਆਤੀ ਨਾਂ ਸੀਗਾ ਉਹ ਵਰਧਮਾਨ ਰੱਖਿਆ ਗਿਆ ਸੀਗਾ। ਸੋ ਇਸ ਕਰਕੇ ਇਹਨਾਂ ਨੂੰ ਮਹਾਵੀਰ ਵਰਧਮਾਨ ਵੀ ਕਹਿੰਦੇ ਨੇ। ਹਾਂਜੀ, ਸੋ ਉਸ ਤੋਂ ਬਾਅਦ ਇਹਨਾਂ ਨੇ ਮਤਲਬ 30 ਸਾਲ ਆਪਣੇ ਘਰ 'ਚ ਗੁਜ਼ਾਰੇ ਨੇ ਜੀ। ਇਹਨਾਂ ਦੀ ਸ਼ਾਦੀ ਕਰਤੀ ਗਈ ਤਾਂ ਕਿ ਉਹ ਪਰੰਪਰਾ ਨਹੀਂ ਖਤਮ ਹੋਵੇ। ਇੱਕ ਲੜਕੀ ਵੀ ਪੈਦਾ ਹੋਈ ਇਹਨਾਂ ਦੀ। ਉਸ ਤੋਂ ਬਾਅਦ ਇਹ 30 ਸਾਲ ਤੋਂ ਬਾਅਦ
ਘਰੋਂ ਬਾਹਰ ਨਿਕਲ ਗਏ। ਇਹਨੇ ਬੜੀ ਭਾਰੀ ਤਪੱਸਿਆ ਕੀਤੀ, 12 ਸਾਲ ਤਪੱਸਿਆ ਕੀਤੀ। 12 ਸਾਲ ਤਪੱਸਿਆ ਕਰਨ ਤੋਂ ਬਾਅਦ ਜੀ। ਇਹਨਾਂ ਨੂੰ ਕੈਵਲਿਆ ਗਿਆਨ ਹੋਇਆ। ਕੈਵਲਿਆ ਗਿਆਨ ਜੀ। ਉਹ ਹੁੰਦਾ ਹੈ ਜਿਹੜਾ ਕਿ ਸੱਚ ਦਾ ਮਾਰਗ ਦਰਸਾਉਣ ਵਾਲਾ ਹੋਵੇ। ਸੋ ਇਸ ਕਰਕੇ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਜੀ ਬਹੁਤ ਸਾਰੀਆਂ ਸਿੱਖਿਆਵਾਂ ਉਹ ਦਿੱਤੀਆਂ ਜਿਹੜੀਆਂ ਕਿ ਮਨੁੱਖ ਦੇ ਜੀਵਨ ਨੂੰ ਸੁਧਾਰਨ, ਸਵਾਰਨ ਤੇ ਸ਼ਿੰਗਾਰਨ ਵਾਲੀਆਂ ਨੇ। ਕੀ ਬਾਤ ਪਰ ਸਭ ਤੋਂ ਵੱਡੀ ਜਿਹੜੀ ਇਹਨਾਂ ਦੀ ਗੱਲ ਹੈਗੀ ਆ ਜੀ। ਉਹ ਇਹਨਾਂ ਦੇ ਮਹਾਵਰਤ ਨੇ। ਹਾਂਜੀ, ਇਹਨਾਂ ਦੀ ਹੋਰ ਸਿੱਖਿਆਵਾਂ ਨੇ। ਜੀ। ਪਰ ਸਭ ਤੋਂ ਜਿਹੜੀ ਇੰਪੋਰਟੈਂਟ ਉਹ ਹੈਗੇ ਇਹਨਾਂ ਦੇ ਤ੍ਰੈ ਰਤਨ। ਹਾਂਜੀ ਬਿਲਕੁਲ, ਤ੍ਰੈ ਰਤਨ ਦੀ ਕੀ ਮਹਾਨਤਾ ਹੈ ਵੀ ਅਸੀਂ ਜਾਣਨਾ ਚਾਹਾਂਗੇ। ਉਹ ਤ੍ਰੈ ਰਤਨ ਇਹ ਨੇ ਕਿ ਇਹ ਕਹਿੰਦੇ ਵੀ ਇਨਸਾਨ ਨੇ ਜੇਕਰ ਮਤਲਬ ਵਧੀਆ ਜੀਵਨ ਜਿਉਣਾ ਹੈ, ਵਧੀਆ ਬਣਨਾ ਹੈ, ਤਾਂ ਉਹਨੂੰ ਤਿੰਨ ਚੀਜ਼ਾਂ ਦਾ ਧਿਆਨ ਕਰਨਾ ਚਾਹੀਦਾ। ਇੱਕ ਤਾਂ ਸੱਚ ਤੇ ਵਿਸ਼ਵਾਸ ਹੋਣਾ ਚਾਹੀਦਾ। ਠੀਕ ਹੈ, ਸੱਚ ਤੇ ਵਿਸ਼ਵਾਸ। ਇੱਕ ਆਚਾਰ ਸੱਚਾ ਹੋਣਾ ਚਾਹੀਦਾ ਹੈਗਾ। ਠੀਕ ਹੈ ਦੂਜਾ ਵਿਹਾਰ ਵੀ ਸੱਚਾ ਹੋਣਾ ਚਾਹੀਦਾ। ਜੀ। ਇਹ ਨਹੀਂ ਕਿ ਗੱਲਾਂ ਅਸੀਂ ਚੰਗੀਆਂ ਚਾਰੀ ਬੁਰੀਆਂ। ਜੀ ਬਿਲਕੁਲ। ਤੇ ਅੰਦਰੋਂ ਕੁਛ ਹੋਈਏ ਤੇ ਬਾਹਰੋਂ ਅਸੀਂ ਜ਼ੁਬਾਨ ਤੇ ਕੁਛ ਬੋਲੀਏ। ਜੀ। ਇਸ ਤਰ੍ਹਾਂ ਵਿਹਾਰ ਨਹੀਂ ਚਾਹੀਦਾ। ਸੱਚਾ ਜਿਹੜਾ ਹੈਗਾ ਉਹ ਵਿਹਾਰ, ਸੱਚ, ਆਚਾਰ ਤੇ ਸੱਚੇ ਵਿਸ਼ਵਾਸ ਚਾਹੀਦਾ ਹੈਗਾ। ਕਿਆ ਬਾਤ ਇਹ ਸਭ ਹੈ। ਤੋਂ ਵੱਡੀ ਦੇਣ ਸੀ ਇਹਨਾਂ ਦੀ ਹੈਗੀ। ਜੀ ਜੀ। ਔਰ ਤ੍ਰੈ ਰਤਨ ਦੀ ਜਦੋਂ ਮਹਾਨਤਾ ਦੀ ਅਸੀਂ ਗੱਲ ਕਰਦੇ ਆ ਤਾਂ ਬਹੁਤ ਸਾਰੀਆਂ ਸਿੱਖਿਆਵਾਂ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ। ਔਰ ਜਦੋਂ ਅੱਜ ਦੇ ਅਸੀਂ ਇਹਨਾਂ ਤਿੰਨਾਂ ਪਰਵ ਦੀ ਗੱਲ ਕਰਦੇ ਆ, ਤਿੰਨਾਂ ਤਿਉਹਾਰਾਂ ਦੀ ਗੱਲ ਕਰਦੇ ਆ, ਵਿਸਾਖੀ ਦੀ ਆਪਣੀ ਮਹਾਨਤਾ, ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਜਨਮ ਦਿਵਸ ਅਸੀਂ ਅੱਜ ਮਨਾ ਰਹੇ ਹਾਂ, ਭਗਵਾਨ ਮਹਾਵੀਰ ਜਯੰਤੀ ਜੀ ਦਾ ਅਸੀਂ ਜਿਹੜਾ ਅੱਜ ਮਨਾ ਰਹੇ ਹਾਂ, ਦਿਵਸ ਮਨਾ ਰਹੇ ਹਾਂ, ਭਗਵਾਨ ਮਹਾਵੀਰ ਜਯੰਤੀ। ਔਰ ਜਦੋਂ ਇਹਨਾਂ ਤਿੰਨਾਂ ਦੀ ਅਸੀਂ ਸੁਮੇਲ ਦੀ ਗੱਲ ਕਰਦੇ ਹਾਂ, ਅੱਜ ਦੇ ਸਮੇਂ ਦੇ ਸੰਦਰਭ ਦੇ ਵਿੱਚ ਇਹਨਾਂ ਤਿੰਨਾਂ ਦਾ ਕੀ ਪ੍ਰਭਾਵ ਹੈ ਔਰ ਸਾਨੂੰ ਕੀ ਸਿੱਖਿਆਵਾਂ ਮਿਲਦੀਆਂ ਹੈ, ਜ਼ਰੂਰ ਦੱਸਿਆ ਜਾਵੇ। ਵੈਸੇ ਬਹੁਤ ਅੱਛਾ ਸਵਾਲ ਹੈਗਾ ਤੁਹਾਡਾ ਇਹ, ਕਿਉਂਕਿ ਐਕਚੁਅਲੀ ਜਿਹੜਾ ਇਹ ਤਿੰਨੇ ਸਾਡੇ ਜਿਹੜੇ ਹੈਗੇ ਆਪਣਾ ਤਿਉਹਾਰ ਹੈਗੇ ਵਿਸਾਖੀ ਨਾਲ ਸੰਬੰਧਿਤ ਨੇ। ਜੀ। ਕੁਦਰਤੀ ਗੱਲ ਹੈ, ਖਾਲਸਾ ਸਿਰਜਣਾ ਵਿਸਾਖੀ ਵਾਲੇ ਦਿਨ ਹੋਈ ਹੈ। ਬਿਲਕੁਲ। ਤੇ ਇਹ ਵੀ ਕੁਦਰਤੀ ਗੱਲ ਹੈ ਕਿ ਭਾਰਤ ਰਤਨ ਭੀਮ ਰਾਓ ਅੰਬੇਦਕਰ ਵੀ ਵਿਸਾਖੀ ਵਾਲੇ ਦਿਨ ਹੀ ਪੈਦਾ ਹੋਏ ਨੇ। ਜੀ। ਔਰ ਇਹ ਵੀ ਮਤਲਬ ਕਿ ਮਹਾਨਤਾ ਦੀ ਗੱਲ ਹੈ ਕਿ ਭਗਵਾਨ ਮਹਾਵੀਰ ਜੈਨ ਵੀ ਇਸੇ ਦਿਨ ਹੀ ਪੈਦਾ ਹੋਏ ਨੇ। ਹੁਣ ਇਹਨਾਂ ਤਿੰਨਾਂ ਦੇ ਜਿਹੜੇ ਬੜੇ ਵੱਡੇ ਜਿਹੜੇ ਹੈਗੇ ਸਿਧਾਂਤ ਨੇ, ਜਿਹੜੇ ਕਿ ਅਜੋਕੇ ਮੈਂ ਸਮਝਦਾ ਕਿ ਸੰਦਰਭ ਦੇ ਵਿੱਚ ਮਨੁੱਖ ਨੂੰ ਅਪਣਾਉਣ ਦੀ ਲੋੜ ਹੈ ਜੇਕਰ ਉਹਨੇ ਜੀਵਨ ਨੂੰ ਸੰਤੁਲਿਤ ਕਰਨਾ ਤਾਂ। ਜੀ। ਹੁਣ ਪਹਿਲੇ ਤਾਂ ਜਿਹੜੇ ਸੀਗੇ ਸਿੱਖ ਜਿਹੜਾ ਖਾਲਸਾ ਸਿਰਜਣਾ ਨਾਲ ਸੰਬੰਧਿਤ ਹੈਗੇ ਆ। ਹਾਂਜੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ, ਆਪਣੇ ਅੰਦਰੋਂ ਹਰ ਕਿਸਮ ਦਾ ਜਿਹੜਾ ਭੇਦ ਭਾਵ, ਦੂਈ ਦਵੈਤ, ਇੱਕ ਦੂਜੇ ਨਾਲ ਨਫ਼ਰਤ ਕਰਨੀ, ਉਹ ਜਿਹੜੀ ਛੱਡਣੀ ਪਏਗੀ। ਤੇ ਬੜੀ ਸਪਸ਼ਟ ਗੱਲ ਹੈ ਕਿ ਜਿਵੇਂ ਉਹ ਕਹਿੰਦਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹਾਂਜੀ। ਸੋ ਜੇਕਰ ਤੁਸੀਂ ਆਪਣੇ ਜੀਵਨ ਨੂੰ ਸੁਧਾਰਨਾ ਹੈ ਜੀ ਤਾਂ ਤੁਹਾਨੂੰ ਇਹ ਸਾਰਿਆਂ ਨੂੰ ਇੱਕੋ ਜਿਹਾ ਮੰਨਣਾ ਪਏਗਾ। ਬਿਲਕੁਲ। ਔਰ ਇਹੀ ਗੱਲ ਜਿਹੜੀ ਹੈਗੀ ਸਾਨੂੰ ਤਿੰਨੇ ਚੀਜ਼ਾਂ ਦੱਸਦੇ ਨੇ ਭਾਰਤ ਨਾਲ ਡਾਕਟਰ ਭੀਮ ਰਾਓ ਅੰਬੇਦਕਰ ਜੀ ਵੀ ਕਿ ਪੜ੍ਹੋ, ਜੁੜੋ, ਸੰਘਰਸ਼ ਕਰੋ। ਹਾਂਜੀ। ਤੇ ਇਹ ਚੀਜ਼ਾਂ ਸਾਨੂੰ ਤ੍ਰੈ ਰਤਨ ਜਿਹੜੇ ਹੈਗਾ ਭਗਵਾਨ ਮਹਾਵੀਰ ਜਿਹੜੇ ਹੈਗੇ ਆ ਉਹ ਵੀ ਇਹੀ ਚੀਜ਼ਾਂ ਦੱਸਦੇ ਨੇ ਕਿ ਸੱਚ ਵਿੱਚ ਵਿਹਾਰ ਕਰੋ, ਸੱਚਾ ਵਿਸ਼ਵਾਸ ਕਰੋ ਤੇ ਸੱਚਾ ਆਚਾਰ ਰੱਖੋ। ਜੀ। ਹੁਣ ਸਵਾਲ ਤਾਂ ਇਹ ਜਿਸ ਤਰ੍ਹਾਂ ਦੇ ਅੱਜ ਅਸੀਂ ਮਤਲਬ ਕਿ ਸਿਚੁਏਸ਼ਨ ਚ ਲੰਘ ਰਹੇ ਹਾਂ ਸਮੇਂ ਦੇ ਵਿੱਚ। ਹਾਂਜੀ। ਅੱਜ ਮਤਲਬ ਕਿ ਬੜੀ ਤੇਜ਼ੀ ਨਾਲ ਹੁਣ ਰੂਸ ਤੇ ਯੂਕਰੇਨ ਦਾ ਜਿਹੜਾ ਹੈਗਾ ਇਹ ਜਿਹੜਾ ਯੁੱਧ ਚੱਲ ਰਿਹਾ, ਇਹ ਹੈ ਤਾਂ ਮਤਲਬ ਕਿ ਈਗੋ ਹੀ ਹੈ ਨਾ, ਇੱਕ ਦੂਜੇ ਦੀ ਈਗੋ ਹੈ। ਉਹ ਈਗੋ ਪਿੱਛੇ ਮਤਲਬ ਕਿ ਉਹਨਾਂ ਸਾਰੇ ਸੰਸਾਰ ਨੂੰ ਜਿਹੜਾ ਹੈਗਾ ਉਹ ਤਬਾਹੀ ਵੱਲ ਜਾ ਰਹੇ ਨੇ, ਤੀਸਰੇ ਯੁੱਧ ਵੱਧ ਰਹੇ ਆ। ਡਾਕਟਰ ਸਾਹਿਬ, ਇਹ ਅਸੀਂ ਬਾਹਰੀ ਯੁੱਧ ਦੀ ਗੱਲ ਕਰਦੇ ਆ ਨਾ, ਸਾਡੇ ਅੰਦਰ ਵੀ ਬਹੁਤ ਸਾਰੇ ਯੁੱਧ ਲੱਗੇ ਹੋਏ ਨੇ। ਅੰਦਰਲੇ ਪਾਸੇ ਆਉਣ ਲੱਗੇ ਨੇ ਸਾਰੇ ਜਿਹੜਾ ਸਾਡਾ ਜਿਹੜਾ ਮਤਲਬ ਕਿ ਇੰਟਰਨਲ ਮਸਲੇ ਹੈਗੇ ਆ ਜਿਹੜੇ ਆਪਣੇ ਹਨਗੇ। ਮੈਂ ਇਹਦੀ ਗੱਲ ਕਰਾਂ ਤਾਂ ਅੱਜ ਦੇ ਸੰਦਰਭ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਜਿੰਨਾ ਮਤਲਬ ਕਿ ਅਸੀਂ ਮਤਲਬ ਕਿ ਇੱਕ ਪਾਸੇ ਤਾਂ ਇੱਕ ਜਿਹੜਾ ਕਿ ਸਰਵੇ ਹੋਇਆ ਸੀ ਪਿੱਛੇ ਜੇ, ਹਾਲੇ ਵੀ ਹਿੰਦੁਸਤਾਨ ਦੇ ਵਿੱਚ 2/3 ਲੋਕ ਜਿਹੜੇ ਹੈਗੇ ਆ ਉਹ ਰਾਤ ਨੂੰ ਢਿੱਡੋਂ ਭੁੱਖੇ ਸੌਂਦੇ ਨੇ। ਪਰ ਅਸੀਂ ਬੇਤਹਾਸ਼ਾ ਖਰਚ ਕਰਦੇ ਹਾਂ, ਜਿਵੇਂ ਕਿ ਉਹ ਕਹਿੰਦੇ ਨੇ ਵੀ ਸੱਚ ਵਿਹਾਰ ਕਰੋ ਤੇ ਸੱਚ ਆਚਾਰ ਰੱਖੋ। ਹਾਂਜੀ। ਵੀ ਅਸੀਂ ਆਪ ਇੰਨਾ ਖਾਂਦੇ ਹਾਂ ਜਿਹਦੀ ਸਾਨੂੰ ਕੋਈ ਲੋੜ ਨਹੀਂ ਹੁੰਦੀ, ਇੰਨਾ ਅਸੀਂ ਜ਼ਾਇਆ ਕਰਦੇ ਹਾਂ ਜਿਹੜਾ ਕਿ ਕਿਸੇ ਦੇ ਕੰਮ ਆ ਸਕਦਾ। ਪਰ ਸਾਡੇ ਅੰਦਰ ਉਹ ਜਿਹੜੀ ਹੈ ਨਾ ਗੁਰੂ ਨਾਨਕ ਦੀ ਸਿੱਖਿਆ ਹੈਗੀ ਆ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਵਾਲੀ, ਉਹ ਨਹੀਂ ਆ ਰਹੀ ਹੈਗੀ ਸਾਡੇ। ਜੇ ਅਸੀਂ ਉਹੀ ਵੰਡ ਛਕੀਏ ਤਾਂ ਲੋਕੀ ਮੇਰੇ ਖਿਆਲ ਰਾਤ ਨੂੰ ਭੁੱਖੇ ਨਾ ਸੌਣ। ਹਾਂਜੀ। ਤੇ ਇਹ ਜਿਹੜਾ ਹੈਗਾ ਸਾਡੀ ਜਿਹੜੀ ਈਗੋ ਹੈਗੀ ਹੈ ਇੱਕ ਦੂਜੇ ਪ੍ਰਤੀ, ਭਾਵੇਂ ਕੱਟੜਵਾਦ ਹੈਗੀ ਹੈ, ਰਿਸ਼ਵਤਖੋਰੀ ਹੈ, ਹਾਂਜੀ, ਜਮਾਖੋਰੀ ਹੈਗੀ ਹੈ, ਹਾਂਜੀ, ਮਿਲਾਵਟਖੋਰੀ ਹੈਗੀ ਹੈ, ਇੱਕ ਦੂਜੇ ਨਾਲ ਨਫ਼ਰਤ ਹੈਗੀ ਹੈ। ਇੱਥੋਂ ਤੱਕ ਮਤਲਬ ਕਿ ਸਾਡੇ ਤਾਂ ਹਾਲਾਤ ਬਣੀ ਪਈ ਹੈ ਅੱਜ ਮਤਲਬ ਕਿ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਕੀਤੇ ਜਾਂਦੇ ਨੇ ਔਰ ਇੱਥੋਂ ਤੱਕ ਉਹਨੂੰ ਤਰਸ ਨਹੀਂ ਕੀਤਾ ਜਾਂਦਾ ਉਹਨਾਂ 'ਤੇ ਕਿ ਉਹ ਵੀ ਇਨਸਾਨ ਨੇ। ਹਾਂਜੀ। ਸੋ ਇਹ ਜਿਹੜੀ ਇਨਸਾਨੀਅਤ ਜਿਹੜੀ ਹੈਗੀ ਹੈ ਲੀਰੋ ਰੀ ਹੋ ਰਹੀ ਹੈ,
ਇਹ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜੇਕਰ ਅਸੀਂ ਤਿੰਨਾਂ ਇਹਨਾਂ ਮਹਾਂਪੁਰਸ਼ਾਂ ਦੀ ਉਹ ਸਿੱਖਿਆ ਜਿਹੜੀ ਹੈਗੀ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਆਪ ਜੀਓ ਭੈ ਕਾਹੂ ਕੋ ਦੇਚਨਾ ਨਹਿ ਭੈ ਮਾਨਤ ਆਨ। ਅਤੇ ਇਸੇ ਤਰ੍ਹਾਂ ਜਿਹੜਾ ਹੈਗਾ ਦਸਮ ਪਾਤਸ਼ਾਹ ਜੋ ਕਹਿੰਦੇ ਨੇ ਕਿ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ, ਇਹ ਵੀ ਮੇਰੀ ਭੈਣ ਹੈ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇਸ ਤੇ ਅਮਲ ਕਰਨ ਦੀ ਲੋੜ ਹੈ। ਤੇ ਜਿਹੜੀ ਗੱਲ ਕਹੀ ਸੀਗੀ ਡਾਕਟਰ ਭੀਮ ਰਾਓ ਅੰਬੇਦਕਰ ਨੇ ਕਿ ਪੜ੍ਹੋ, ਜੁੜੋ, ਸੰਘਰਸ਼ ਕਰੋ, ਜੇਕਰ ਤੁਸੀਂ ਇਹ ਗਿਆਨਵਾਨ ਬਣ ਜਾਓਗੇ ਨਾ ਤਾਂ ਹੀ ਤੁਹਾਨੂੰ ਸਮਝ ਆਏਗੀ ਕਿ ਸਾਰੇ ਜਿਹੜੇ ਹੈਗੇ ਆ ਇਹ ਮਨੁੱਖ ਜਿਹੜੇ ਹਨ ਇਹ ਸਾਡੇ ਭੈਣ ਭਰਾ ਨੇ। ਹਾਂਜੀ, ਤੇ ਇਸੇ ਤਰ੍ਹਾਂ ਮਤਲਬ ਜਿਹੜੇ ਹੈਗੇ ਜਿਸ ਵੇਲੇ ਸੱਚਾ ਵਿਹਾਰ ਕਰਾਂਗੇ, ਸੱਚ ਆਚਾਰ ਰੱਖਾਂਗੇ ਤੇ ਸੱਚ ਜਿਹੜਾ ਅਸੀਂ ਵਿਸ਼ਵਾਸ ਕਰਾਂਗੇ ਤਾਂ ਇਹਨਾਂ ਤਿੰਨਾਂ ਤ੍ਰੈਵਤਨ ਚੱਲ ਕੇ ਅਸੀਂ ਸਾਰੀ ਮਨੁੱਖਤਾ ਨੂੰ ਇੱਕ ਸੂਤਰ 'ਚ ਪਰੋ ਸਕਦੇ ਹਾਂ। ਇੱਕ ਸੂਤਰ 'ਚ ਪਰੋ ਕੇ ਹੀ ਜੇ ਅਸੀਂ ਜਿਹੜਾ ਹੈਗਾ ਇਹ ਤੀਜੇ ਵਰਲਡ ਵਾਰ ਤੋਂ ਵੀ ਬਚ ਸਕਦੇ ਹਾਂ, ਇਹ ਜਿਹੜੇ ਧਰਮ ਦੇ ਨਾਂ ਤੇ ਦੰਗੇ ਹੋ ਰਹੇ ਨੇ ਉਹਨਾਂ ਤੋਂ ਵੀ ਬਚ ਸਕਦੇ ਹਾਂ। ਹਾਂਜੀ, ਮਿਲਾਵਟਖੋਰੀ ਨੂੰ ਅਸੀਂ ਖਤਮ ਕਰ ਸਕਦੇ ਹਾਂ। ਇਹ ਜੇ ਮੰਨ ਲਈਏ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਹਾਂਜੀ ਗੁਰਪੀਰ ਹਮਾ ਤਾਂ ਪਰੇ ਜਾਮ ਮੁਰਦਾਰ ਨਾ ਖਾਏ। ਸੋ ਇਹ ਜਿਹੜਾ ਜੀਵਨ ਹੈਗਾ ਸੀ ਬਿਲਕੁਲ ਹੀ ਸੰਤੁਲਿਤ ਕਰ ਸਕਦੇ ਹਾਂ, ਚੰਗੇਰਾ ਸੁਚੇਰਾ ਉਚੇਰਾ ਬਣਾ ਸਕਦੇ ਹਾਂ ਜੇਕਰ ਅਸੀਂ ਇਹਨਾਂ ਸਿੱਖਿਆਵਾਂ ਤੇ ਅਮਲ ਕਰਦਿਆਂ ਹੋਇਆਂ ਜਿਹੜਾ ਹੈਗਾ ਅਸੀਂ ਇੱਕ ਚੰਗੇ ਮਕੈਨਿਕ ਵਾਂਗ ਆਪਣੇ ਇਸ ਸਥਿਤੀ ਨੂੰ ਰਿਪੇਅਰ ਕਰੀਏ। ਤੇ ਜੇ ਰਿਪੇਅਰ ਕਰਾਂਗੇ ਤਾਂ ਜ਼ਰੂਰ ਇਹ ਮਤਲਬ ਕੰਮ ਦੇ, ਕਿਉਂਕਿ ਬਿਲਕੁਲ ਨਵੀਂ ਤਾਂ ਬਣਾਉਣੀ ਸਾਡੇ ਵੱਲ ਸ਼ਾਇਦ ਸੰਭਵ ਨਾ ਹੋਵੇ, ਪਰ ਰਿਪੇਅਰ ਇਹਨੂੰ ਅਸੀਂ ਜ਼ਰੂਰ ਕਰ ਸਕਦੇ ਹਾਂ। ਤੇ ਰਿਪੇਅਰ ਕਰਕੇ ਇਹਦੇ ਕੋਲ ਬੜਾ ਵਧੀਆ ਕੰਮ ਲਿਆ ਸਕਦਾ ਹੈ। ਔਰ ਰਿਪੇਅਰ ਕਰਨੀ ਇਹ ਸਾਨੂੰ ਤਿੰਨਾਂ ਮਹਾਂਪੁਰਸ਼ਾਂ ਜਿਹੜੇ ਤੇ ਫਾਰਮੂਲੇ ਹੈਗੇ ਉਹਨਾਂ ਦੱਸੇ ਸਾਨੂੰ ਜੀਵਨ ਵਿੱਚ ਉਹ ਅਮਲ ਤੇ ਕਰਨ ਬਿਲਕੁਲ ਤਾਂ ਹੀ ਕਾਰਗਰ ਸਾਬਿਤ ਹੋ ਸਕਦੇ ਨੇ ਅੱਜ ਦੇ ਸਾਡੇ ਦਿਵਸ, ਜੇਕਰ ਅਸੀਂ ਸਿੱਖਿਆਵਾਂ ਉਹਨਾਂ ਦੀਆਂ ਅਪਣਾਈਏ ਆਪਣੀ ਜ਼ਿੰਦਗੀ ਦੇ ਵਿੱਚ ਔਰ ਅੱਗੇ ਵਧੀਏ ਤੇ ਖੁਸ਼ੀਆਂ ਮਨਾਈਏ। ਤੁਸੀਂ ਸਾਬਰ ਸਾਹਿਬ ਸਾਡੇ ਸਟੂਡੀਓ ਦੇ ਵਿੱਚ ਆਏ ਔਰ ਬੜਮੁੱਲੀ ਜਾਣਕਾਰੀ ਸਾਡੇ ਸਾਰਿਆਂ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਤੁਹਾਡਾ ਵੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਮੈਨੂੰ ਲਾਲ ਪਰਾਂਦਾ ਲੱਕ ਦੇ ਨਾਲ ਜੋ ਖੈਂਦਾ ਸ਼ੇਰ ਗੱਲ ਵੀ